ਹੌਟਲਾਈਨ ਟੂਡੇ ਹੌਟਲਾਈਨ ਟੂਡੇ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਤੁਹਾਡਾ ਦੋਸਤ ਐਮਪੀ ਸਿੰਘ ਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਕ੍ਰਿਟਿਕ ਪ੍ਰੋਫੈਸਰ RS ਬਰਾੜ ਹਾਜ਼ਰ ਹੈ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਐਮਪੀ ਸਿੰਘ ਜੀ, ਸਤਿ ਸ਼੍ਰੀ ਅਕਾਲ ਸਾਰੇ ਵਿਊਅਰਸ। ਵਾਇਸ ਆਫ ਇੰਡੀਆ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਚਲੰਤ ਮਾਮਲੇ ਹੈਗੇ ਆ, ਭਾਵੇਂ ਉਹ ਕੌਮਾਂਤਰੀ ਪੱਧਰ 'ਤੇ ਆ ਅਤੇ ਭਾਵੇਂ ਇੰਡੀਆ ਪੱਧਰ 'ਤੇ ਆ ਜਾਂ ਪੰਜਾਬ ਪੱਧਰ 'ਤੇ, ਉਹਨਾਂ ਦੇ ਉੱਤੇ ਚਰਚਾ ਅਸੀਂ ਕਰਦੇ ਹਾਂ। ਇੰਡੀਆ ਦੇ ਵਿੱਚ ਹਰ ਰੋਜ਼ ਨਵੇਂ ਸੂਰਜ ਕੋਈ ਨਾ ਕੋਈ ਇਹੋ ਜਿਹੀ ਗੱਲ ਵਾਪਰਦੀ ਹੈ ਜਿਹੜੀ ਚਰਚਾ ਮੱਲੋ ਮੱਲੀ ਕਰਨੀ ਬਣਦੀ ਹੁੰਦੀ ਹੈ। ਇਹਨਾਂ ਦਿਨਾਂ ਦੇ ਵਿੱਚ ਇੱਕ ਅਗਨੀਪਥ ਦੀ ਗੱਲ ਚੱਲ ਰਹੀ ਹੈ। ਅਗਨੀਪਥ ਦਾ ਨਾਂ ਜਦੋਂ ਮੈਂ ਪਹਿਲੀ ਵਾਰੀ ਸੁਣਿਆ ਤਾਂ ਮੈਨੂੰ ਲੱਗਾ ਕਿ ਅਗਨੀ ਤੇ ਇੱਕ ਮਿਜ਼ਾਈਲ ਬਣਾਈ ਸੀ, ਅਗਨੀ ਅੱਗ ਦਾ ਨਾਂ। ਉਹ ਗੱਲ ਹੋਈ ਕਿ ਅਗਨੀਪਥ ਜਿਹੜਾ ਰਸਤਾ ਹੈ ਉਹ ਇਹਦਾ ਨਾਂ ਕਿਵੇਂ ਆਇਆ, ਅਤੇ ਫਿਰ ਚਾਰੇ ਪਾਸੇ ਅੱਗ ਹੀ ਅੱਗ ਜਿਹੜੀ ਆ ਉਹ ਫੈਲੀ ਹੋਈ ਹੈ। ਉਹਨਾਂ ਸੂਬਿਆਂ 'ਚ ਖਾਸ ਕਰਕੇ ਜਿੱਥੇ BJP ਜਾਂ ਉਹਦੇ ਸਹਿਯੋਗੀ ਪਾਰਟੀਆਂ ਦਾ ਰਾਜ ਹੈ। ਬਿਹਾਰ ਤੋਂ ਸ਼ੁਰੂ ਹੋਈ ਅੱਗ ਔਰ ਉਹਨੇ ਪੂਰੇ ਹਿੰਦੁਸਤਾਨ ਨੂੰ ਆਪਣੇ ਕਲਾਵੇ 'ਚ ਲੈ ਲਿਆ। ਕੀ ਹੈ ਅਗਨੀਪਥ, ਇਹਦੇ 'ਤੇ ਗੱਲ ਕਰਦੇ ਹਾਂ। ਪ੍ਰੋਫੈਸਰ, ਇੱਕ ਅਗਨੀਪਥ ਬਾਰੇ ਕਿਹਾ ਜਾਂਦਾ ਹੈ ਕਿ ਮੈਂ ਸਭ ਤੋਂ ਪਹਿਲਾਂ ਜਦੋਂ ਅਖਬਾਰ ਦੇ ਵਿੱਚ ਖਬਰ ਪੜ੍ਹੀ ਸੀ ਜਾਂ TV 'ਤੇ ਵੇਖੀ, ਅਤੇ ਡਿਫੈਂਸ ਮਿਨਿਸਟਰ ਰਾਜਨਾਥ ਜਿਹੜੇ ਹੈਗੇ ਆ ਉਹਨਾਂ ਨੇ ਕਿਹਾ ਕਿ ਫੌਜ ਦੀ ਭਰਤੀ ਕੋਵਿਡ ਕਰਕੇ 2 ਸਾਲ ਹੋਈ ਹੀ ਨਹੀਂ ਸੀ। ਹੁਣ ਅਸੀਂ ਮੌਕਾ ਦੇ ਰਹੇ ਹਾਂ ਦੇਸ਼ ਦੀ ਨੌਜਵਾਨੀ ਨੂੰ ਕਿ ਉਹ ਇਸ ਓਪਰਚੁਨਿਟੀ ਦਾ ਫਾਇਦਾ ਲਵੇ, ਪਰ ਉਹ ਓਪਰਚੁਨਿਟੀ ਜਿਹੜੀ ਆ ਉਹ ਨੌਜਵਾਨਾਂ ਨੂੰ ਪਸੰਦ ਨਹੀਂ। ਕੀ ਮਸਲਾ ਸਾਰਾ? ਐਮਪੀ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਇਹ ਅਫਸੋਸ ਵਾਲੀ ਗੱਲ ਹੈ ਕਿ ਸਾਰੇ ਭਾਰਤ ਦੇ ਵਿੱਚ ਇੱਕ ਗਵਰਨਮੈਂਟ ਦੀ ਸਕੀਮ ਜਿਹੜੀ ਹੈਗੀ ਆ ਉਹ ਲੋਕਾਂ ਨੇ ਪਸੰਦ ਨਹੀਂ ਕੀਤੀ, ਅਤੇ ਉਸ ਸਕੀਮ ਦੇ ਅਗੇਂਸਟ ਜਿਹੜਾ ਨੌਜਵਾਨ ਹੈਗਾ ਉਹ ਬਹੁਤ ਵਾਇਲੈਂਟ ਹੈਗਾ। ਅਸੀਂ ਮੈਚੋਰਿਟੀ ਵੱਲ ਜਾ ਰਹੇ ਹਾਂ ਡੈਮੋਕ੍ਰੇਸੀ ਦੇ ਵਿੱਚ। ਡੈਮੋਕ੍ਰੇਸੀ ਦੇ ਵਿੱਚ ਜਿਹੜਾ ਪ੍ਰੋਟੈਸਟ ਹੈਗਾ ਇਹ ਹਰੇਕ ਦਾ ਰਾਈਟ ਹੈਗਾ, ਪਰ ਜਿਸ ਢੰਗ ਦੇ ਨਾਲ ਇੰਨਾ ਵਾਇਲੈਂਸ ਹੋਇਆ ਹੈਗਾ ਇਹ ਆਪਣੇ ਆਪ ਵਿੱਚ ਇੱਕ ਵਿਚਾਰਨ ਵਾਲੀ ਗੱਲ ਹੈਗੀ ਆ, ਔਰ ਗੌਰਮੈਂਟਸ ਵਾਸਤੇ ਬਹੁਤ ਵੱਡਾ ਚੈਲੰਜ ਹੈਗਾ। ਮੈਂ ਅਗਨੀਪਥ ਸਕੀਮ ਚੰਗੀ ਤਰ੍ਹਾਂ ਦਾ ਐਨਾਲਿਸਿਸ ਪੜ੍ਹਿਆ ਹੈਗਾ, ਪ੍ਰਿੰਟ ਵਿੱਚ ਵੀ, ਦੀ ਬਿਜ਼ਨਸ ਸਟੈਂਡਰਡ ਦੇ ਵਿੱਚ, ਦੀ ਹਿੰਦੂ ਦੇ ਵਿੱਚ, ਦੀ ਟ੍ਰਿਬਿਊਨ ਦੇ ਵਿੱਚ ਮੈਂ ਦੇਖ ਰਿਹਾ ਸੀ ਸਾਰਾ, ਕਿ ਇਹਨੂੰ ਕਈ ਐਂਗਲ ਦੇ ਤੋਂ ਅਸੀਂ ਇਹਦਾ ਐਨਾਲਿਸਿਸ ਕਰ ਸਕਦੇ ਹੈਗੇ ਹਾਂ। ਪਹਿਲਾਂ ਤਾਂ ਮੈਂ ਚਾਹਾਂਗਾ ਕਿ ਗਵਰਨਮੈਂਟ ਦਾ ਵਿਊ ਪੁਆਇੰਟ ਜਿਹੜਾ ਹੈਗਾ ਉਹ ਲੋਕਾਂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈਗਾ। ਗਵਰਨਮੈਂਟ ਨੇ ਪਿੱਛੇ ਜੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਕਿ 2 ਸਾਲ ਤੋਂ ਭਰਤੀ ਨਹੀਂ ਹੋਈ ਹੈਗੀ ਏਅਰਫੋਰਸ ਦੇ ਵਿੱਚ, ਆਰਮੀ ਵਿੱਚ ਅਤੇ ਨੇਵੀ ਵਿੱਚ, ਅਤੇ ਅਸੀਂ ਇੱਕ ਸਕੀਮ ਦੇ ਰਹੇ ਹਾਂ ਜਿਹੜੀ ਕਿ ਗੇਮ ਚੇਂਜਰ ਹੋਊਗੀ ਅਤੇ ਜਿਹੜੀ ਕਿ ਗੋਲਡਨ ਹੈ, ਜਿਹਦੇ 'ਚ ਕਿ ਨੌਜਵਾਨ ਜਿਹੜਾ ਹੈਗਾ ਉਹ ਭਰਤੀ ਹੋ ਸਕਦਾ, ਅਤੇ ਉਸ ਦਾ ਨਾਮ ਉਹਨਾਂ ਨੇ ਸਕੀਮ ਦਾ ਅਗਨੀਪਥ ਰੱਖਿਆ। ਅਤੇ ਜਿਹੜਾ ਉਹਦੇ ਵਿੱਚ ਭਰਤੀ ਹੋਣਾ ਹੈਗਾ ਉਹਦਾ ਨਾਮ ਉਹਨਾਂ ਨੇ ਜਿਹੜਾ ਡੈਸਟੀਨੇਸ਼ਨ ਦਿੱਤਾ ਉਸ ਨੂੰ ਅਗਨੀਵੀਰ ਦਿੱਤਾ। ਜਿਉਂ ਹੀ ਇਹ ਸਕੀਮ ਅਨਾਊਂਸ ਹੋਈ ਤਾਂ ਵਿਦਿਨ ਮੇਰਾ ਖਿਆਲ ਹੈ ਕਿ 24-40 ਆਵਰਸ ਬਹੁਤ ਵੱਡਾ ਰਿਐਕਸ਼ਨ ਉਹਨਾਂ ਨੌਜਵਾਨਾਂ ਵੱਲੋਂ ਹੋਇਆ ਜਿਨ੍ਹਾਂ ਨੌਜਵਾਨਾਂ ਨੇ ਆਰਮੀ ਵਿੱਚ, ਨੇਵੀ ਵਿੱਚ ਅਤੇ ਏਅਰਫੋਰਸ ਵਿੱਚ ਭਰਤੀ ਦੇ ਡਰੀਮਸ ਬਣਾਏ ਹੋਏ ਸੀਗੇ, ਤਿਆਰੀ ਕੀਤੀ ਹੋਈ ਸੀ। ਇਹਦੇ ਵੀ 2 ਪੱਖ ਅੱਗੇ ਮੈਂ ਦੇਖ ਰਿਹਾ ਸੀਗਾ ਕਿ ਇੱਕ ਤਾਂ ਉਹ ਨੌਜਵਾਨ ਨੇ ਜਿਹੜੇ ਕਿ ਪਿਛਲੇ 3-3, 4-4 ਸਾਲ ਤੋਂ ਤਿਆਰੀ ਕਰ ਰਹੇ ਸੀ। ਕੁਝ ਉਹ ਨੌਜਵਾਨ ਨੇ ਜਿਨ੍ਹਾਂ ਨੇ ਕਈ ਟੈਸਟ ਵੀ ਦਿੱਤੇ ਹੋਏ ਸੀਗੇ, ਜਿਹੜੇ ਕਿ ਉਡੀਕ ਰਹੇ ਸੀਗੇ ਕਿ ਸਾਨੂੰ ਅਪਾਇੰਟਮੈਂਟ ਆਰਡਰਸ ਮਿਲਣਗੇ ਅਤੇ ਅਸੀਂ ਇਹਦੇ ਵਿੱਚ ਜਾ ਕੇ ਅਤੇ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਬਹੁਤ ਖੂਬਸੂਰਤ ਬਣਾਵਾਂਗੇ। ਅਤੇ ਜਿਹੜੀ ਖੂਬਸੂਰਤੀ ਹੈਗੀ ਆ ਸਾਰੀ ਇੱਕ ਬਦਸੂਰਤੀ ਦੇ ਵਿੱਚ ਜਿਹੜੀ ਹੈਗੀ ਆ, ਬਦਸੂਰਤੀ ਦੀ ਪਿਕਚਰ ਜਿਹੜੀ ਹੈਗੀ ਆ ਉਹ ਬਦਲ ਗਈ ਹੈਗੀ ਆ। ਗਵਰਨਮੈਂਟ ਆਪਣਾ ਤਰਕ ਦੇ ਰਹੀ ਆ, ਵਿਰੋਧੀ ਆਪਣਾ ਤਰਕ ਦੇ ਰਹੇ ਆ, ਅਤੇ ਨੌਜਵਾਨ ਆਪਣਾ ਤਰਕ ਦੇ ਰਹੇ ਆ। ਪਰ ਪ੍ਰੋਫੈਸਰ, ਜਿਹੜੀ ਗੱਲ ਇਹ ਆ ਜਿਹੜੀ ਤੁਸੀਂ ਕੀਤੀ ਵੀ ਕੁਝ ਸਾਲਾਂ ਤੋਂ 3-4 ਸਾਲਾਂ ਤੋਂ ਜਿਹੜੇ ਨੌਜਵਾਨ ਉਡੀਕਦੇ ਸੀਗੇ, ਤਿਆਰੀ ਕਰੀ ਬੈਠੇ ਸੀ, ਉਹਦਾ ਹੱਲ ਤਾਂ ਕਰ ਦਿੱਤਾ ਉਹਨਾਂ ਨੇ। ਉਹ ਏਜ ਜਿਹੜੀ ਸੀ ਵਧਾ ਦਿੱਤੀ, ਜਿਹੜੀ ਐਲੀਜੀਬਿਲਟੀ ਏਜ ਬਣਾਈ ਸੀ ਉਹ ਤਾਂ ਵਧਾ ਦਿੱਤੀ। ਸਵਾਲ ਪੈਦਾ ਤਾਂ ਉਹ ਹੁੰਦਾ ਗੌਰਮੈਂਟ ਦਾ ਇਹ ਪੱਖ, ਇੱਥੇ ਗੌਰਮੈਂਟ ਕੀ ਬੋਲਦੀ ਹੈ ਕਿ ਜਦੋਂ ਕਹਿੰਦੇ ਸਿਰਫ 4 ਸਾਲ ਵਾਸਤੇ ਭਰਤੀ ਹੋਣੀ। ਬਿਲਕੁਲ, ਜਿਹੜੀ ਨਾ ਤੁਹਾਡੀ ਗੱਲ ਹੈਗੀ ਹੈ, ਇਸ ਨੂੰ ਆਪਾਂ ਨੂੰ ਨਾ ਥਰੈਡਬੇਅਰ ਸਟੈਪ ਬਾਈ ਸਟੈਪ ਵਿਊਅਰਸ ਨਾਲ ਸਾਂਝਾ ਕਰਨਾ ਚਾਹੀਦਾ।
ਕਿ ਪਹਿਲਾਂ ਤਾਂ ਸਾਨੂੰ ਇੱਕ ਇਹ ਸਕੀਮ ਸਮਝਣੀ ਚਾਹੀਦੀ ਹੈ ਵੀ ਸਕੀਮ ਕੀ ਹੈਗੀ ਆ। ਇਹ ਸਕੀਮ ਜਿਹੜੀ ਹੈਗੀ ਆ ਕਿ ਤਿੰਨੋਂ ਜਿਹੜੇ ਸਾਡੇ ਆਰਮੀ ਤੇ ਨੇਵੀ ਤੇ 에ਅਰ ਫੋਰਸ ਦੇ ਹੈਡ ਜਿਹੜੇ ਹੈਗੇ ਆ, ਉਹਨਾਂ ਦੇ ਜਿਵੇਂ ਉਹਨਾਂ ਨੇ ਐਕਸਪਲੇਨ ਕੀਤੀ ਆ ਕਿ ਅਸੀਂ 4 ਸਾਲ ਵਾਸਤੇ ਨੌਜਵਾਨਾਂ ਨੂੰ ਭਰਤੀ ਕਰਾਂਗੇ ਤੇ 4 ਸਾਲ ਬਾਅਦ ਅਸੀਂ ਉਹਨਾਂ ਨੂੰ ਕੁਝ ਪੈਸੇ ਦੇਵਾਂਗੇ ਤੇ ਉਹ ਘਰੇ ਚਲੇ ਜਾਣਗੇ। ਮੈਂ ਨਾ ਪਿਛਲੇ ਹਿਸਟਰੀ ਦੇ ਵਿੱਚ ਦੇਖਿਆ ਕਿ ਇਸ ਕਿਸਮ ਦੀ ਭਰਤੀ ਕਦੇ ਵੀ ਆਰਮੀ ਦੇ ਵਿੱਚ ਜਾਂ ਹੋਈ ਨਹੀਂ ਕਦੇ, ਨੇਵੀ ਦੇ ਵਿੱਚ ਜਾਂ 에ਅਰ ਸ਼ਾਰਟ ਸਰਵਿਸ ਕਮਿਸ਼ਨ ਹੁੰਦਾ ਸੀਗਾ ਜਿਹੜਾ ਕਿ 60 ਦੇ ਵਿੱਚ ਹੁੰਦਾ ਸੀਗਾ, ਉਹ 5 ਸਾਲ ਵਾਸਤੇ ਹੁੰਦਾ ਸੀਗਾ ਔਰ ਉਹ ਡਿਫਰੈਂਟ ਸੀਗਾ। ਉਹਦੀਆਂ ਜਿਹੜੀਆਂ ਸਰਵਿਸ ਕੰਡੀਸ਼ਨ ਸੀ ਕਾਫੀ ਆਨਰੇਬਲ ਸੀਗੀਆਂ। ਇਹ ਜਿਹੜੀ ਨਾ ਸਕੀਮ ਡਿਜ਼ਾਈਨ ਹੋਈ ਹੈਗੀ ਆ, ਇਹ ਸਕੀਮ ਇੱਕ ਤਾਂ ਪਿਛਲੇ ਸਾਲ ਇਹ ਲੋਕਾਂ ਨਾਲ ਬੜੀ ਸ਼ੇਅਰ ਨਹੀਂ ਹੋਈ ਤੇ ਇਹਦਾ ਰਿਐਕਸ਼ਨ ਨਹੀਂ ਲਿਆ ਗਿਆ। ਇਹ ਆਲ ਆਫ ਏ ਸਡਨ ਜਦੋਂ ਸਕੀਮ ਅਨਾਉਂਸ ਹੋਈ ਹੈਗੀ ਤੇ ਲੋਕਾਂ ਦਾ ਬਹੁਤ ਵੱਡਾ ਇਹਦੇ ਤੇ ਰਿਐਕਸ਼ਨ। ਉਹ ਗਵਰਨਮੈਂਟ ਕਰਦੀ ਇਦਾਂ ਜੀ। ਹਾਂ, ਇਹ ਨਾ ਮੈਨੂੰ 3 ਫੈਸਲੇ ਮੈਂ ਦੇਖਦਾ ਕਿ ਗਵਰਨਮੈਂਟ ਦੇ ਜਿੱਥੇ ਹੋਮਵਰਕ ਘੱਟ ਹੋਇਆ ਤੇ ਗਵਰਨਮੈਂਟ ਡਿਫੈਂਸਿਵ ਤੇ ਹੋਈ ਆ। ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਬਹੁਤ ਦੇਰ ਪਹਿਲਾਂ ਡਿਮੋਨੇਟਾਈਜੇਸ਼ਨ ਹੋਈ ਸੀ। ਮੈਂ ਡਿਮੋਨੇਟਾਈਜੇਸ਼ਨ ਦਾ ਬੜਾ ਸਪੋਰਟਰ ਰਿਹਾ ਤੇ ਮੈਨੂੰ ਲੱਗਦਾ ਸੀਗਾ ਕਿ ਸਾਰੀ ਬਲੈਕ ਮਨੀ ਆ ਜਾਊਗੀ ਤੇ ਸਾਡਾ ਸਿਸਟਮ ਸਾਫ਼ ਹੋ ਜਾਊਗਾ। ਆਈ ਹੈਡ ਬੀਨ ਸਪੋਰਟਿੰਗ, ਮੈਂ 2-3 ਲੈਟਰਸ ਵੀ ਪੇਪਰਸ ਵਿੱਚ ਲਿਖੀਆਂ ਇਹਦੇ ਸਪੋਰਟ। ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਮੈਂ ਖੁਦ ਹੀ ਗਲਤ ਸੀ ਇਸ ਦੇ ਉੱਪਰ। ਇਕੋਨੋਮਿਸਟ ਨਹੀਂ, ਤੁਸੀਂ ਨਹੀਂ ਸੀ ਗਲਤ, ਯਾਨੀ ਉਹਨਾਂ ਦੀ ਪਾਲਿਸੀ ਗਲਤ ਸੀ। ਉਹਨਾਂ ਦੀ ਪਾਲਿਸੀ ਗਲਤ ਸੀ। ਉਹਦੇ ਤੇ ਵੀ ਤੁਸੀਂ ਦੇਖੋ ਅਨਾਉਂਸਮੈਂਟ ਤੋਂ ਬਾਅਦ ਕਾਫੀ ਚੀਜ਼ਾਂ ਉਹਨਾਂ ਨੂੰ ਪਲੱਗ ਕਰਨ ਨੂੰ ਉਹਨਾਂ ਨੂੰ ਕਰਨੀਆਂ ਪਈਆਂ। ਫਿਰ ਜਿਹੜੇ 3 ਐਗਰੀਕਲਚਰ ਲਾਅ ਸੀ ਇਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਗੇਮ ਚੇਂਜਰ ਹੋਣਗੇ ਤੇ ਸਾਰੇ ਐਡਮਿਨਿਸਟ੍ਰੇਸ਼ਨ ਨੂੰ ਡਿਫੈਂਡ ਕਰਦੇ ਰਹੇ। ਤੇ ਤੀਜੀ ਜਿਹੜੀ ਇਹ ਬਿਨਾਂ ਹੋਮਵਰਕ ਕੀਤੇ ਜਿਹੜੀ ਹੈਗੀ ਪਾਲਿਸੀ ਜਿਹੜੀ ਹੈ। ਨਹੀਂ, ਹੋਮਵਰਕ ਤਾਂ ਸਭ ਉਹ ਕਰਦੇ ਆ। ਉਹ ਸਮਝਦੇ ਆ ਕਿ ਜੋ ਅਸੀਂ ਕਹਿੰਦੇ। ਦੇਖੋ ਤੁਸੀਂ ਦੇਖੋ, ਜੇ ਖੇਤੀ ਕਾਨੂੰਨਾਂ ਦੀ ਗੱਲ ਕਰੀਏ ਤੇ ਪਹਿਲਾਂ ਸਾਰਿਆਂ ਨੇ ਜ਼ੋਰ ਲਾ ਰੱਖਿਆ ਕਿ ਇਹ ਤਾਂ ਕਾਨੂੰਨ ਜਿਹੜੇ ਆ ਗੇਮ ਚੇਂਜਰ ਹੈਗੇ ਆ, ਤੁਹਾਨੂੰ ਤੁਹਾਡੀ ਜ਼ਿੰਦਗੀ ਬਦਲ ਦੇਣਗੇ। ਹਾਂਜੀ, ਫਿਰ ਜਦੋਂ ਉਹ ਵਿਡਰੋ ਕੀਤੇ, ਪਹਿਲਾਂ ਉਹ ਕਹਿੰਦੇ ਸੀ ਬੜਾ ਵਧੀਆ ਸਟੈਪ ਹੈ, ਜਦੋਂ ਵਿਡਰੋ ਕਰ ਲਿਆ ਫੇਰ ਵਧੀਆ ਸਟੈਪ। ਯਾਨੀ ਤੁਸੀਂ ਗਲਤ ਕਰ ਲਓ ਤਾਂ ਵੀ ਲੋਕਾਂ ਨੂੰ ਚੰਗਾ ਲੱਗਣਾ ਚਾਹੀਦਾ ਤੇ ਜੇ ਚੰਗਾ ਕਰ ਲਓ ਤਾਂ ਵੀ ਲੋਕਾਂ ਨੂੰ ਚੰਗਾ ਲੱਗਣਾ ਚਾਹੀਦਾ। ਇਹ ਨਾ ਮੈਨੂੰ ਲੱਗਦਾ ਕਿ ਜਦੋਂ ਸਕੀਮ ਲਾਂਚ ਕੀਤੀ ਇੱਕਦਮ ਮੀਡੀਆ ਦੇ ਵਿੱਚ ਬਹੁਤ ਇਸ ਨੂੰ ਹੈਡਲਾਈਨਸ ਦਿੱਤੀਆਂ ਕਿ ਇਹ ਲੋਕਾਂ 'ਚ ਐਕਸੈਪਟ ਹੋ ਜਾਊਗੀ। ਤੇ ਜਦੋਂ ਰਿਐਕਸ਼ਨ ਆਇਆ ਤਾਂ ਗਵਰਨਮੈਂਟ ਇੰਨੀ ਡਿਫੈਂਸਿਵ ਤੇ ਹੋ ਗਈ ਕਿ 3-4 ਚੇਂਜਸ ਜਿਹੜੀਆਂ ਇਮੀਡੀਏਟਲੀ ਫਟਾਫਟ ਕਰਨੀਆਂ ਪਈਆਂ ਜੀ। ਇਹਨੂੰ ਕਾਸਮੈਟਿਕ ਚੇਂਜਸ ਕਹਿੰਦੇ ਆ ਕਿ ਇਹ ਪਾਲਿਸੀ ਦਾ ਪਾਰਟ ਨਹੀਂ, ਸਕੀਮ ਐਕਸੈਪਟ ਨਹੀਂ ਹੋ ਰਹੀ ਤੇ ਤੁਸੀਂ ਇਹਦੇ ਚੇਂਜਸ ਕਰ ਦਿਓ। ਉਹਨਾਂ ਨੇ ਕਿਹਾ ਕਿ ਇਹਦੀ ਏਜ ਲਿਮਿਟ ਜਿਹੜੀ ਅਸੀਂ ਵਧਾ ਦਿਆਂਗੇ। ਫਿਰ ਉਦੋਂ ਜਦੋਂ ਕਿਹਾ ਵੀ ਇਹਦੇ 'ਚ ਜਿਹੜੇ 4 ਸਾਲ ਬਾਅਦ ਉਹ ਨੌਜਵਾਨ ਜਾਣਗੇ ਕਿੱਥੇ, ਉਹ 'ਚ ਕਹਿ ਦਿੱਤਾ ਜੀ ਅਸੀਂ ਇਹਨਾਂ ਨੂੰ ਸੈਂਟਰਲ ਆਰਮਡ ਫੋਰਸਿਸ ਵਿੱਚ ਲੈ ਲਾਂਗੇ, ਇਹਨਾਂ ਨੂੰ ਪਬਲਿਕ ਸਟੇਟ ਵਿੱਚ ਭੇਜ ਦਾਂਗੇ। ਤੇ ਹੁਣ ਇਹ ਕਹਿ ਰਹੇ ਸੀ ਕਿ ਮਿਨਿਸਟਰ ਵੀ ਸ਼ਾਇਦ ਅਸੀਂ ਹੋਰ ਅਦਾਰੇ ਜਿਹੜੇ ਹੈਗੇ ਉਹਨਾਂ ਬਾਰੇ ਸੋਚ ਰਹੇ ਹਾਂ, ਇਹਨਾਂ ਨੂੰ ਇਗਨੂ ਦੇ ਕੋਰਸਿਸ ਕਰਵਾ ਦਿਆਂਗੇ। ਤਾਂ ਇਹ ਸਾਰੀ ਨਾ ਇੱਕ ਡਿਫੈਂਸਿਵ ਗੇਮ ਹੈਗੀ ਆ। ਤਾਂ ਸਕੀਮ ਮੈਂ ਜ਼ਰੂਰ ਸ਼ੇਅਰ ਕਰਨੀ ਚਾਹਣਾ ਕਿ ਜਿਹੜੀ ਸਕੀਮ ਆ ਨਾ, ਮੈਂ ਦੀ ਪ੍ਰਿੰਟ ਦੇ ਵਿੱਚ ਇੱਕ ਆਰਟੀਕਲ ਪੜ੍ਹ ਰਿਹਾ ਸੀਗਾ ਤੇ ਉਹ ਮੈਨੂੰ ਨਾ ਠੀਕ ਵੀ ਲੱਗੀ ਗੱਲ ਉਹਨਾਂ ਦੀ। ਉਹ ਕਹਿੰਦੇ ਵੀ ਜਿਹੜੀ ਸਕੀਮ ਆ ਨਾ, ਇਹ ਇੰਜ ਡਿਜ਼ਾਈਨ ਕੀਤੀ ਆ ਵੀ ਜਿਵੇਂ ਨਾ ਕੋਈ ਸਿਵਲੀਅਨਸ ਨੇ ਡਿਜ਼ਾਈਨ ਕੀਤੀ ਹੋਵੇ। ਅੱਛਾ ਜੀ। ਆਰਮੀ ਵਾਲਿਆਂ ਨੂੰ ਤਾਂ ਦੱਸਿਆ ਗਿਆ ਵੀ ਇਹ ਸਕੀਮ ਲਾਗੂ ਕਰੋ, ਤੁਸੀਂ ਲਾਗੂ ਕਰ ਦਿਓ। ਹਾਂ, ਇਹ ਸਿਵਲੀਅਨ ਡਿਜ਼ਾਈਨ ਕੀਤੀ ਆ। ਫਿਰ ਮੈਂ ਇਸ ਨੂੰ ਫਰਦਰ ਜਦੋਂ ਐਨਾਲਿਸਿਸ ਕਰ ਰਿਹਾ ਸੀਗਾ ਤਾਂ ਮੈਂ ਦੇਖਿਆ ਵੀ ਇਹ ਕੀ ਗੱਲ ਕਹਿਣੀ ਚਾਹੁੰਦੇ ਨੇ। ਉਹਦੇ 'ਚ ਇੱਕ ਗੱਲ ਕਹੀ ਉਹਨਾਂ ਨੇ ਕਿ ਜਿਹੜਾ ਇਹਦਾ ਨਾ ਉਹਨਾਂ ਨੇ ਵੇਜ ਸਟਰਕਚਰ ਦਿੱਤਾ ਹੈਗਾ EMPLOYEES ਦਾ, ਜਿਹੜੀ ਤਨਖਾਹ ਦਿੱਤੀ ਹੈਗੀ ਆ, ਉਹਦੀ ਜਿਹੜੀ ਬਣਤਰ ਹੈ ਉਹ ਇੱਕ ਇੰਡੀਕੇਟ ਕਰਦੀ ਆ ਕਿ ਕੋਈ, ਮੇਰਾ ਖਿਆਲ ਹੈ ਕਿ ਅਗਰ ਜਨਰਲ ਬੈਠਾ ਹੈਗਾ ਉਹ ਉਹਨੂੰ ਅਪਰੂਵ ਨਹੀਂ ਕਰੂਗਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਕਿਸ ਤਰ੍ਹਾਂ ਉਹਨਾਂ ਨੇ ਵੇਜ ਸਟਰਕਚਰ ਬਣਾਇਆ। ਹਾਂਜੀ, 4 ਸਾਲਾਂ ਦਾ ਅਲੱਗ-ਅਲੱਗ ਹੈਗਾ। ਹਾਂ, 4 ਸਾਲਾਂ ਦਾ ਅਲੱਗ-ਅਲੱਗ ਉਹ 'ਚ ਬਹੁਤ ਸਾਰਾ ਵੱਡਾ ਪੋਰਸ਼ਨ ਉਹਨਾਂ ਨੇ ਰੱਖ ਲੈਣਾ, ਰਿਜ਼ਰਵ ਰੱਖ ਲੈਣਾ ਹੈਗਾ। ਬਿਲਕੁਲ, ਉਹ ਨਾ ਬਿਜ਼ਨਸ ਸਟੈਂਡਰਡ ਨੇ ਤੇ ਹਿੰਦੂ ਨੇ ਲਾਇਆ। ਹਾਂਜੀ, ਕਿਉਂਕਿ ਪਹਿਲਾਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ। ਹਾਂਜੀ, ਇਹ ਜ਼ਰੂਰ ਸਾਂਝਾ ਕਰਨਾ ਬਣਦਾ ਹੈਗਾ। ਹਾਂਜੀ, ਦੇਖੋ, ਪਹਿਲੇ ਸਾਲ ਜਿਹੜਾ ਅਗਨੀਵੀਰ ਆ ਉਸ ਨੂੰ 30,000 ਤਨਖਾਹ ਦਿੱਤੀ ਜਾਊਗੀ। 21,000 ਉਹਨੂੰ ਕੈਸ਼, 9,000 ਉਹਦਾ ਕੱਟ ਲਿਆ ਜਾਊਗਾ, ਰੱਖ ਲੈਣਾ। ਦੇਖੋ ਤੁਸੀਂ, ਇਹ 9,000 ਦੇ ਨਾਲ 9,000 ਗਵਰਨਮੈਂਟ ਪਾ ਦੂਗੀ। ਇਹ ਉਹਦੀ ਕਿੱਟੀ ਬਣ ਗਈ। ਤਾਂ 4-5 ਸਾਲਾਂ ਦੇ ਵਿੱਚ 4 ਸਾਲ ਬਾਅਦ ਕੀ ਹੋਊਗਾ ਕਿ ਉਹਦੀ ਜਿਹੜੀ ਕੰਟਰੀਬਿਊਸ਼ਨ ਹੈਗੀ ਉਹ 5,02,000 ਬਣਦੀ ਹੈ। ਯਾਨੀ 5 ਲੱਖ ਤਾਂ ਉਹਦਾ ਹੀ ਹੋ ਗਿਆ। ਹਾਂਜੀ, ਹਾਂਜੀ। ਕੋਈ ਆਫਿਸਰ ਕਿਸੇ ਪੇ ਸਕੇਲ ਜਦੋਂ ਅਨਾਉਂਸ ਕਰਦੇ ਅਸੀਂ
ਕਦੇ ਨਹੀਂ ਕਹਿੰਦਾ ਹੈਗਾ ਵੀ 30,000 ਦੇ ਵਿੱਚੋਂ ਤੁਸੀਂ 9,000 ਮੇਜਰ ਪੋਰਸ਼ਨ ਜਿਹੜਾ ਹੈਗਾ ਤੁਸੀਂ ਉਹਨੂੰ ਕੱਟ ਲਾ ਦਿਓ ਤੁਸੀਂ। ਤੇ 5 ਲੱਖ ਆਪ ਪਾ ਦਿੱਤਾ ਤੇ 11 ਲੱਖ ਕਰਕੇ ਇਕੱਠਾ ਉਹਦੇ ਤੇ ਇੰਟਰਸਟ ਪਾ ਦਿੱਤਾ। ਤਾਂ ਮੈਨੂੰ ਲੱਗਦਾ ਕਿ ਇਹ ਇੱਕ ਸਿਵਲੀਅਨ ਵੱਲੋਂ ਨਾ ਡਿਜ਼ਾਈਨ ਕੀਤਾ, ਜਿਵੇਂ ਚਾਰਟਰਡ ਅਕਾਊਂਟੈਂਟ ਕੋਈ ਡਿਜ਼ਾਈਨ ਕਰ ਦੇਵੇ ਵੀ ਇਹਦੇ 'ਚ ਪੈਸੇ ਨਹੀਂ ਪੈਣਗੇ ਜ਼ਿਆਦਾ। ਮੈਨੂੰ ਯਾਦ ਆ ਪਿੱਛੇ ਜੇ ਇਹਨਾਂ ਨੇ ਨਾ ਇੱਕ ਸਕੀਮ ਦਿੱਤੀ ਸੀ LIC ਵੱਲੋਂ, ਜਿਹੜੀ ਕਿ ਸੀਨੀਅਰ ਸਿਟੀਜ਼ਨਸ ਨੂੰ ਦਿੱਤੀ ਸੀਗੀ, ਉਹ ਤਕਰੀਬਨ ਸਿਮਿਲਰ ਸੀਗੀ। ਠੀਕ। ਇਹ ਕਿਹਾ ਗਿਆ ਕਿ ਗਵਰਨਮੈਂਟ ਦੀ ਸਕੀਮ ਹੈਗੀ ਆ, ਤੇ ਮੈਂ ਉਹ ਸਕੀਮ ਜਦੋਂ ਦੇਖੀ ਸੀਗੀ ਤੇ ਮੈਂ ਉਹ ਪਰਚੇਜ਼ ਵੀ ਕੀਤੀ। ਉਹ 7 ਲੱਖ ਤੇ 15 ਲੱਖ ਵਾਲੀ ਸੀਗੀ। ਅੱਛਾ ਜੀ। ਉਹ ਕੀ ਸੀਗੇ, LIC ਨੂੰ ਕਹਿਤਾ ਕਿ ਤੁਸੀਂ ਇਹ ਸਕੀਮ ਲਾਗੂ ਕਰ ਦਿਓ ਤੇ ਸੀਨੀਅਰ ਸਿਟੀਜ਼ਨਸ ਨੂੰ ਇਹਦੇ 8% ਜਿਹੜਾ ਇੰਟਰਸਟ ਦੇ ਦਿਓ। ਤਾਂ ਸਕੀਮ ਦੇ ਵਿੱਚ ਬਹੁਤ ਵੱਡਾ ਫਲਾ ਹੈਗਾ। ਇਸ ਕਰਕੇ ਲੋਕਾਂ ਦਾ ਰਿਐਕਸ਼ਨ ਹੈਗਾ, ਔਰ ਰਿਐਕਸ਼ਨ ਇੰਨਾ ਕਿ ਤੁਸੀਂ ਦੇਖੋ ਕਿ ਲਾ ਐਂਡ ਆਰਡਰ ਸਿਚੁਏਸ਼ਨ ਬਣ ਗਈ। ਦੇਖੋ ਇਸ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਇਹਦੇ ਤੇ ਹੀ ਕਰ ਲਈਏ ਗੱਲ ਵੀ ਜਦੋਂ 4 ਸਾਲ ਬਾਅਦ ਹੁਣ ਕਿਹਾ ਜਾਂਦਾ ਕਿ 4 ਸਾਲ ਬਾਅਦ ਇਹਨਾਂ ਨੂੰ ਅਸੀਂ ਡਿਫਰੈਂਟ ਡਿਪਾਰਟਮੈਂਟ ਵਿੱਚ ਅਸੀਂ ਮੂਵ ਕਰ ਦਿਆਂਗੇ, ਸਟੇਟਾਂ ਵਿੱਚ ਵੀ ਚਲ ਜਾਣਗੇ, ਹਾਂਜੀ, ਹੋਰ ਵੀ ਜਿਹੜੇ ਡਿਫੈਂਸ ਦੇ ਪਬਲਿਕ ਸੈਕਟਰ ਅੰਡਰਟੇਕਿੰਗਸ ਹੈ ਉਹਨਾਂ ਦੇ ਵਿੱਚ ਲੈ ਲਾਂਗੇ। ਅੱਜ ਪੁਰੀ ਸਾਹਿਬ ਕਹਿ ਰਹੇ ਸੀਗੇ ਅਸੀਂ 1-2 ਹੋਰ ਡਿਪਾਰਟਮੈਂਟ ਆਇਡੈਂਟੀਫਾਈ ਕੀਤੇ ਹੈਗੇ ਆ, ਉਹਨਾਂ 'ਚ ਲੈ ਜਾਾਂਗੇ। 25% ਨੂੰ ਕਿਤੇ ਹੋਰ ਰੱਖ ਲਾਂਗੇ। ਸਵਾਲ ਤਾਂ ਪੈਦਾ ਹੁੰਦਾ ਕਿ ਗਰੰਟੀ ਕੀ ਹੈ ਇਸ ਗੱਲ ਦੀ? ਬਿਲਕੁਲ। ਮੈਂ ਨਾ 2 ਜਿਹੜੇ ਇਹਨਾਂ ਦੇ ਸੀਨੀਅਰ ਜਨਰਲਸ ਨੇ ਤੇ ਮਿਲਟਰੀ ਵੈਟਰਨਸ ਨੇ, ਜਨਰਲ GD ਬਖਸ਼ੀ ਜਿਹੜੇ ਹੈਗੇ, ਹਾਂਜੀ ਹਾਂਜੀ, ਉਹ ਬਹੁਤ ਸਪੋਰਟਿਵ ਰਹੇ ਇਸ ਗਵਰਨਮੈਂਟ ਨੂੰ ਪਿਛਲੇ 7 ਸਾਲ। ਆਲਵੇਜ਼ ਉਹਨਾਂ ਦੀ ਸਪੋਰਟ ਹੁੰਦੀ ਹੈਗੀ ਆ। ਮੈਂ ਪਹਿਲੀ ਵਾਰੀ ਦੇਖਿਆ ਕਿ ਉਹਨਾਂ ਨੇ ਕਿਹਾ ਵੀ ਇਹ ਕੰਮ ਠੀਕ ਨਹੀਂ ਹੈਗਾ। ਉਹਨਾਂ ਨੇ ਟਵਿੱਟਰ ਦੇ ਉੱਪਰ ਪਾਇਆ ਹੈਗਾ ਕਿ ਇਹ ਕੰਮ ਬਿਲਕੁਲ ਠੀਕ ਨਹੀਂ ਹੈਗਾ, ਇਹਦੇ ਨਾਲ ਆਰਮੀ ਦਾ ਜਿਹੜਾ ਮੋਰਲ ਹੈਗਾ ਡਾਊਨ ਜਾਊਗਾ। ਤੇ ਇਸੇ ਤਰ੍ਹਾਂ ਇੱਕ ਨਾ ਮਿਸਟਰ ਨਾਮ ਨਹੀਂ ਭੁੱਲਦਾ, ਯੂਟਿਊਬਰ ਨੇ ਉਹਨਾਂ ਨੇ ਉਹ ਕੀ ਹੈਗੇ, ਉਹ ਰਿਟਾਇਰ ਹੋਏ ਨੇ ਆਰਮੀ ਦੇ ਵਿੱਚੋਂ, ਤਾਂ ਉਹ YouTube ਦੇ ਉੱਪਰ ਸਾਰੇ ਨੌਜਵਾਨਾਂ ਦੀ ਮਦਦ ਕਰਦੇ ਹੈਗੇ ਆ ਸੋਸ਼ਲ। ਉਹਨਾਂ ਨੇ ਵੀ ਇਹ ਗੱਲ ਕਹੀ ਹੈਗੀ ਆ। ਉਹਨਾਂ ਨੂੰ ਸਵਾਲ ਪੁੱਟ ਕੀਤਾ ਗਿਆ ABP ਸਾਂਝਾ ਵੱਲੋਂ ਵੀ ਤੁਹਾਡਾ ਕੀ ਰਿਐਕਸ਼ਨ ਆ। ਉਹ ਕਹਿੰਦੇ ਵੀ ਜੇ ਬਹੁਤ ਵਧੀਆ ਸਕੀਮ ਹੁੰਦੀ ਤਾਂ ਲੋਕਾਂ ਨੇ ਲੱਡੂ ਵੰਡਣੇ ਸੀ, ਹਾਂਜੀ ਹਾਂਜੀ, ਲੋਕਾਂ ਦੇ ਘਰਾਂ ਦੇ ਵਿੱਚ ਦੀਵੇ ਜਗਣੇ ਸੀ ਵੀ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਹੈਗੀਆਂ। ਤੇ ਜੇ ਇਹ ਕੁਝ ਹੋ ਰਿਹਾ ਤੇ ਫਿਰ ਸਕੀਮ ਦੇ ਵਿੱਚ ਕਿਤੇ ਨਾ ਕਿਤੇ ਫਾਲਟ ਹੈ। ਹਾਂਜੀ ਹਾਂਜੀ। ਤੇ ਉਹ ਗਵਰਨਮੈਂਟ ਨੇ ਇਹਨੂੰ ਆਪਣੇ ਆਪ ਦੇ ਵਿੱਚ ਸਮਝ ਲਓ ਕਿ ਡਿਫੈਂਸਿਵ ਤੇ ਹੋ ਕੇ ਇਸ ਨੂੰ ਲੱਗੀ ਹੋਈ ਆ ਵੀ ਕਿਵੇਂ ਨਾ ਕਿਵੇਂ ਥਰੂ ਹੋ ਜਾਵੇ। ਪਰ ਇਸ ਟਾਈਮ ਗਵਰਨਮੈਂਟ ਵਾਸਤੇ ਪਹਿਲਾ ਕੰਮ ਇਹ ਹੈਗਾ ਕਿ ਲਾ ਐਂਡ ਆਰਡਰ ਜਿਹੜਾ ਹੈਗਾ। ਨਹੀਂ, ਉਸ ਤੋਂ ਵੀ ਮੈਂ ਪਹਿਲਾਂ ਤੁਹਾਨੂੰ ਫਿਰ ਦੁਬਾਰਾ ਬੈਕ ਤੇ ਲਿਆਉਣਾ ਜੀ। ਜਿਹੜੀ ਡਿਫੈਂਸ ਪਰਪਸ ਦੇ ਵਿੱਚ ਡਿਫੈਂਸ ਪਰਸਨਲੀ ਭਰਤੀ ਕਰਨੇ ਇਹਨਾਂ ਨੇ ਫੌਜ, ਹਾਂਜੀ, ਇਹ 4 ਸਾਲ ਦਾ ਜਿਹੜਾ ਪੀਰੀਅਡ ਹੈ, ਲੱਗਦਾ ਕਿ 4 ਸਾਲ ਵਿੱਚ ਜਿਹੜਾ ਇੱਕ ਜਵਾਨ ਹੈ, ਫੌਜੀ ਜਵਾਨ ਹੈਗਾ, ਉਹਨੂੰ ਫੌਜ ਦੇ ਰੂਲਸ ਰੈਗੂਲੇਸ਼ਨ ਇਹ ਉਹ ਸਾਰਾ ਕੁਝ ਸਮਝ ਆ ਜਾਂਦੀ ਹੈ? ਇਹ ਨਾ ਤੁਹਾਡਾ ਸਵਾਲ ਬਹੁਤ ਵੈਲਿਡ ਆ ਤੇ ਮੈਂ ਵੀ ਇਸ ਨੂੰ ਨਾ ਦੇਖ ਰਿਹਾ ਸੀਗਾ ਕਿ ਇੱਕ ਤਾਂ ਨਾ ਇਹਨਾਂ ਨੇ ਏਜ ਜਿਹੜੀ ਰੱਖੀ ਹੈਗੀ ਉਹ 17.5 ਸਾਲ ਹੈ। ਉਹ 10ਵੀਂ 12ਵੀਂ ਬੱਚਾ ਕਰਕੇ ਜਾਂਦਾ। ਹਾਂਜੀ ਹਾਂਜੀ। ਇਹਨਾਂ ਨੇ ਮੇਰਾ ਖਿਆਲ ਆ ਵੀ ਜੋ ਟਾਰਗੇਟ ਕੀਤਾ ਹੈਗਾ ਨਾ, ਕਿਉਂਕਿ ਜਿੰਨਾ ਤਾਂ ਮਿਡਲ ਕਲਾਸ ਦਾ ਬੱਚਾ ਹੈਗਾ ਅੱਛੇ ਸਕੂਲਾਂ 'ਚ ਪੜ੍ਹਦਾ, ਉਹ 12ਵੀਂ ਤੋਂ ਬਾਅਦ ਇਹਦੇ ਵਿੱਚ ਨਹੀਂ ਜਾਊਗਾ। ਉਹਨੇ ਆਪਦਾ ਕੈਰੀਅਰ ਬਣਾਉਣਾ 4-5 ਸਾਲ ਦਾ, ਉਹਨਾਂ ਦੇ ਪੇਰੈਂਟਸ ਨੇ ਵੀ ਕਹਿਣਾ। ਇਹਦੇ ਵਿੱਚ ਉਹਨਾਂ ਨੇ ਉਹ ਟਾਰਗੇਟ ਕੀਤਾ ਕਿ ਜਿਹੜੇ ਬੱਚੇ 12ਵੀਂ ਤੋਂ ਬਾਅਦ ਪੜ੍ਹ ਨਹੀਂ ਸਕਦੇਗੇ ਤੇ ਉਹਨਾਂ ਨੇ ਕੁਆਲੀਫਿਕੇਸ਼ਨ 10th ਹੀ ਰੱਖੀ ਹੈ। ਹਾਂਜੀ, 10th ਹੀ ਰੱਖੀ ਹੋਈ ਹੈ। 10th ਰੱਖੀ ਹੈ। ਇਹ ਕਿਹਾ ਕਿ 4 ਸਾਲਾਂ ਬਾਅਦ ਤੁਹਾਨੂੰ ਅਸੀਂ ਆਟੋਮੈਟਿਕਲੀ ਇੱਕ ਸਰਟੀਫਿਕੇਟ ਦੇ ਦਾਂਗੇ। 10th ਦੀ ਕੁਆਲੀਫਿਕੇਸ਼ਨ ਮੇਰਾ ਖਿਆਲ ਹੈ ਇਸ ਟਾਈਮ ਸਾਰੇ ਇੰਡੀਆ ਵਿੱਚ ਹੋਰ ਕਿਤੇ ਨਹੀਂ। +2 ਅਸੀਂ ਅਡਾਪਟ ਕੀਤਾ ਹੋਇਆ। ਹਾਂਜੀ ਹਾਂਜੀ, +2 ਅਡਾਪਟ ਕੇ ਇਹਦਾ ਮਤਲਬ ਕਿ ਜਿਹੜੇ ਡ੍ਰੌਪ ਆਊਟ ਨੇ ਉਹਨਾਂ ਨੂੰ ਵੀ ਉਹਨਾਂ ਨੇ ਟਾਰਗੇਟ ਕੀਤਾ ਹੈਗਾ। ਤਾਂ ਉਹਨਾਂ ਨੂੰ 6 ਮਹੀਨੇ ਦੀ ਟ੍ਰੇਨਿੰਗ ਦੇਣੀ ਹੈ। 6 ਮਹੀਨੇ ਤੋਂ ਬਾਅਦ ਇੱਕ ਮੈਂ ਆਫਿਸਰ ਦਾ ਸੀਗਾ, ਉਹ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਬਾਰਡਰ ਤੇ ਭੇਜ ਦਿੰਦੇ ਹੋ ਤੇ ਜਦੋਂ ਇਹਨਾਂ ਨੂੰ ਪਤਾ ਵੀ ਨਾ ਸਾਨੂੰ ਪੈਨਸ਼ਨ ਆ ਨਾ ਸਾਡੀ ਫੈਮਿਲੀ ਨੂੰ ਸੰਭਾਲਣਾ ਤੇ ਵੀ ਇਹਨਾਂ ਤੇ ਫਿਰ ਜੋਸ਼ ਕਿਵੇਂ ਹੋਊਗਾ ਲੜਨ ਦਾ। ਉਹਨੇ ਸਾਈਕੋਲੋਜੀਕਲ ਐਨਾਲਿਸਿਸ ਕੀਤਾ ਇਸ ਗੱਲ ਦਾ ਵੀ ਇਹਨਾਂ 'ਚ ਵੀ ਜਿਸ ਬੰਦੇ ਨੂੰ ਸਿਕਿਉਰਿਟੀ ਨਹੀਂ ਹੈਗੀ ਤੇ ਇਹ ਨਾ ਐਜੂਕੇਸ਼ਨ ਸਿਸਟਮ 'ਚ ਵੀ ਇਹਨਾਂ ਨੇ ਕੰਮ ਮਿੰਨੀ ਪੋਸਟਾਂ ਲਿਆਂਦੀਆਂ, ਕੰਟਰੈਕਟ ਤੇ ਟੀਚਰ ਲਿਆਂਦੇ। ਜਿਹੜਾ ਕੰਟਰੈਕਟ ਤੇ ਟੀਚਰ 31 ਮਾਰਚ ਨੂੰ ਰਿਟਾਇਰ ਹੋ ਜਾਂਦਾ ਸੀ, ਚਲਿਆ ਜਾਂਦਾ ਸੀਗਾ ਤੇ ਉਹਨੂੰ ਤੁਸੀਂ ਪੜ੍ਹਾਉਣ ਨੂੰ ਨਹੀਂ ਸੀ ਕਹਿ ਸਕਦੇ ਕਿ ਤੇ ਚਲੀ ਜਾਣਾ 6 ਮਹੀਨੇ ਵਾਸਤੇ ਆਇਆ। ਤਾਂ ਇਹ ਨਾ ਸਟਾਪ ਗੈਪ ਅਰੇਂਜਮੈਂਟ ਲੱਗਦਾ, ਇਹ ਇੱਕ ਅਡਹੌਕ ਡਿਸੀਜਨ ਹੈਗਾ। ਤਾਂ ਗਵਰਨਮੈਂਟ ਨੇ ਆਪਦਾ ਤਰਕ ਜਿਹੜਾ ਦਿੱਤਾ ਹੈਗਾ ਨਾ ਉਹ ਕਿ ਵੀ ਕਈ ਕੰਟਰੀਜ਼ ਵਿੱਚ ਹੋਇਆ ਹੈਗਾ। ਇਹਦਾ ਵੀ ਇੱਕ ਐਨਾਲਿਸਿਸ ਮੈਂ ਦੇਖਿਆ ਬਹੁਤ ਸੋਹਣਾ ਕਿ ਜਿਵੇਂ ਅਮਰੀਕਾ ਨੇ ਵੀ ਇਹ ਕਹਿੰਦੇ ਅਮਰੀਕਾ ਦੇ ਵਿੱਚ ਮਾਡਲ ਰਿਹਾ ਕਿਸੇ ਟਾਈਮ। ਅਮਰੀਕਨ ਯੂਥ ਜਿਹੜਾ ਹੈਗਾ ਉਹ +2 ਦੇ ਵਿੱਚ ਫਾਈਨੈਂਸ਼ੀਅਲੀ ਬੜਾ ਸਟਰੋਂਗ ਹੁੰਦਾ, ਉਹ ਕੰਮ ਕਰ ਸਕਦਾ, ਉਹ ਉਹਨਾਂ ਅਰਨ ਕਰ ਸਕਦਾ। ਤੇ ਜੋ 4 ਸਾਲ ਕਿਤੇ ਲਾ ਕੇ ਆਉਂਦਾ ਤਾਂ ਉਹ ਸੋਸਾਇਟੀ ਵਿੱਚ ਐਕਸੈਪਟ ਹੁੰਦਾ, ਉਹਦੇ ਕੋਲ ਸਕਿੱਲਸ ਹੁੰਦੀਆਂ ਤੇ ਉਹਦੇ ਕੋਲੇ ਕੰਮ ਹੁੰਦਾ ਹੈਗਾ। ਸਾਡੀ ਸਮੱਸਿਆ ਹੈ ਵੀ ਜੇ 4 ਸਾਲ ਬਾਅਦ ਬੱਚਾ
ਨੌਜਵਾਨ ਹੀ ਇਹ ਗੱਲ ਕਹਿ ਰਹੇ ਹਾਂਜੀ ਹਾਂਜੀ ਮੈਂ ਉਹਨਾਂ ਦੀ ਆਵਾਜ਼ ਹੀ ਕਹਿ ਰਿਹਾ ਹੈਗਾ ਕਿ ਜੇ ਨੌਜਵਾਨ 4 ਸਾਲ ਬਾਅਦ ਉਹ ਕਹਿੰਦਾ ਵੀ ਮੈਂ ਆਊਂਗਾ ਵਾਪਸ, ਇੱਕ ਬੰਦੇ ਕੋਲੇ ਤਾਂ ਨੌਕਰੀ ਨਹੀਂ ਹੈਗੀ ਤਾਂ ਉਹ ਬੰਦਾ ਦੁਕਾਨ ਖੋਲ ਲੂਗਾ ਤਾਂ ਉਹਨੇ ਆਕੂਪੇਸ਼ਨ ਦੁਕਾਨ ਬਣਾ ਲਿਆ। ਇੱਕ ਬੰਦੇ ਨੂੰ ਤੁਸੀਂ 4 ਸਾਲ ਯੂਨੀਫਾਰਮ ਪਾ ਦਿਓ, ਉਹਨੂੰ ਆਰਮੀ ਦੀ ਟ੍ਰੇਨਿੰਗ ਦੇ ਦਿਓ, ਉਹਨੂੰ ਇੱਕ ਓਨਰ ਦੇ ਦਿਓ, ਉਹਨੂੰ ਵਾਪਸ ਆ ਕੇ ਕਹੋ ਵੀ ਫਿਰ ਦੁਕਾਨ ਪਾ ਲਾ, ਰੇੜੀ ਲਾ ਲਓ ਜੀ। ਦੁਕਾਨਾਂ ਤਾਂ ਬਣਾਉਣੀਆਂ ਤਾਂ ਬਹੁਤ ਔਖੀਆਂ। ਮੈਂ ਇੱਕ ਹੋਰ ਤੁਹਾਨੂੰ ਦੱਸਦਾ ਕਿ ਇੱਕ ਟੀਵੀ ਦੇ ਉੱਪਰ ਇੱਕ ਮਿਲਟਰੀ ਦੇ ਸਿਟਿੰਗ ਆਫੀਸਰ ਸੀ, ਉਹਨਾਂ ਨੂੰ ਪੁੱਛਿਆ ਵੀ ਇਹ 4 ਸਾਲ ਬਾਅਦ ਕੀ ਕਰਨਗੇ। ਮੈਨੂੰ ਬਹੁਤ ਹੀ ਅਫਸੋਸ ਹੋਇਆ ਉਹਨਾਂ ਦਾ ਜਵਾਬ ਸੁਣ ਕੇ। ਕਹਿੰਦੇ ਐਂਟਰਪ੍ਰੈਨਰ ਹੋ ਸਕਦੇ ਆ 12 ਲੱਖ ਰੁਪਏ ਦੇ ਨਾਲ। ਇੱਕ ਮਿਲਟਰੀ ਆਫੀਸਰ ਇਹ ਗੱਲ ਕਹਿ ਰਹੇ ਹੈਗੇ ਵੀ ਐਂਟਰਪ੍ਰੈਨਰ 12 ਲੱਖ ਨਾਲ ਤੁਸੀਂ ਦੇਖੋ ਕਿਹੜਾ ਬਿਜ਼ਨਸ ਚੱਲ ਜੂਗਾ ਨਾ। ਤਾਂ ਇਹ ਮੈਨੂੰ ਲੱਗਦਾ ਕਿ ਇਹਦੇ ਤੇ ਰੀਥਿੰਕਿੰਗ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਨੌਜਵਾਨਾਂ ਦੇ ਕੰਸਰਨ ਹੈਗੇ ਆ ਨਾ, ਇੱਕ ਤਾਂ ਪੱਕਾ ਕੰਸਰਨ ਜਿਹੜਾ ਮੈਨੂੰ ਲੱਗਦਾ ਕਿ ਜੇ ਤੁਸੀਂ ਇਹਨਾਂ ਨੂੰ 4 ਸਾਲ ਆਪਣੇ ਰੱਖਿਆ ਹੈਗਾ ਤਾਂ ਉਸ ਤੋਂ ਬਾਅਦ ਇਹ 100% ਅਬਜ਼ੌਰਬ ਹੋਣੇ ਚਾਹੀਦੇ ਨੇ, ਚਾਹੇ ਕਿਤੇ ਮਰਜ਼ੀ ਅਬਜ਼ੌਰਬ ਕਰੋ। ਨਹੀਂ ਜੀ, ਮੈਨੂੰ ਦੇਖੋ ਫਿਰ ਦੂਸਰੀ ਗੱਲ ਆ ਜਾਂਦੀ 4 ਸਾਲ ਬਾਅਦ ਆਰਮੀ ਵਿੱਚ, ਏਅਰ ਫੋਰਸ ਵਿੱਚ, ਨੇਵੀ 'ਚ ਭਰਤੀ ਹੋਇਆ ਕੋਈ ਵੀ ਜਵਾਨ, ਮੇਜਰ, ਕਰਨਲ, ਜਨਰਲ, ਕੁਛ ਉਹ ਸਾਰੀਆਂ ਪੋਸਟਾਂ ਖਤਮ? ਨਹੀਂ, ਉਹ ਤਾਂ ਗਵਰਨਮੈਂਟ ਜਿਹੜੀ ਹੈਗੀ ਆ ਉਹਦੇ 'ਤੇ ਡਿਫਰੈਂਟ ਹੈ। ਉਹ ਜਿਹੜੀਆਂ ਰੈਜੀਮੈਂਟਸ ਨੇ ਤੇ ਜੋ ਸਿਸਟਮ ਹੈਗਾ ਉਹ ਕਹਿੰਦੇ ਉਹ ਤਾਂ ਚੱਲੂਗਾ ਹੀ ਚੱਲੂਗਾ। ਉਹਦੇ 'ਚ ਉਹਦਾ ਤੇ ਇਹ ਬੇਸਿਕਲੀ ਦੋ ਸੈਕਟਰ ਲੱਗਦੇ ਆ। ਇੱਕ ਇਹ ਸੈਕਟਰ ਹੋ ਗਿਆ ਜਿਹਦੇ 'ਚ ਕਿ 4 ਸਾਲ ਬਾਅਦ ਆਉਣਗੇ ਤੇ ਬੱਚੇ, ਮੈਨੂੰ ਲੱਗਦਾ ਨਾ ਗਵਰਨਮੈਂਟ ਨੇ ਇੱਕ ਹੋਰ ਵੀ ਗੱਲ ਕਹੀ ਆ ਕਿ ਨੌਜਵਾਨ ਹੋਣਗੇ ਤਾਂ ਸਾਡੀ ਆਰਮੀ, ਏਅਰ ਫੋਰਸ ਵਾਈਬ੍ਰੈਂਟ ਦਿਖੂਗੀ ਲੋਕਾਂ ਨੂੰ ਕਿ ਵੀ ਬੜੇ ਨੌਜਵਾਨ ਇਹਦੇ ਵਿੱਚ। ਇਹ ਉਹਨਾਂ ਦੀ ਇੱਕ ਸਾਈਕੋਲੋਜੀਕਲ ਪ੍ਰੋਸੈਸ ਹੋ ਸਕਦਾ ਹੈਗਾ, ਉਹਨਾਂ ਨੂੰ ਲੱਗਦਾ ਹੋਵੇ, ਕਿਉਂਕਿ ਕਈ ਕੰਟਰੀ ਦੇ ਵਿੱਚ ਨੌਜਵਾਨ ਭਰਤੀ ਕਰਕੇ ਤੇ ਮੂਹਰੇ ਬਾਰਡਰ ਵਿੱਚ ਭੇਜੇ ਨੇ ਕਿ ਉਹ ਜ਼ਿਆਦਾ ਲੜ ਸਕਦੇ ਨੇ। ਤਾਂ ਕੁਝ ਆਈਡੀਆਜ਼ ਇਹਨਾਂ ਨੇ ਬੋਰੋ ਕੀਤੇ ਨੇ। ਮੈਨੂੰ ਇਉਂ ਲੱਗਦਾ ਕਿ ਉਹ ਆਈਡੀਆਜ਼ ਜਿਹੜੇ ਨੇ ਇੰਡੀਅਨ ਕੰਡੀਸ਼ਨਸ ਨੂੰ ਕੰਪੈਟੇਬਲ ਨਹੀਂ ਹੈਗੇ। ਬੋਰੋ ਕਰਨਾ ਚੰਗੀ ਗੱਲ ਹੈ, ਹਾਂਜੀ, ਨਕਲ ਕਰਨੀ ਗੱਲ ਵੀ, ਨਕਲ ਤਾਂ ਅਕਲ ਨਹੀਂ ਹੁੰਦੀ ਆ, ਕੰਪੈਟੇਬਲ ਨਹੀਂ ਹੈਗੇ। ਉਹ ਤੁਸੀਂ ਦੇਖੋ ਨਾ ਵੀ ਜੇ ਤੁਸੀਂ ਇਸ ਨੂੰ ਅਮਰੀਕਾ ਨਾਲ ਕਹਿੰਦੇ ਹੋ ਵੀ ਅਮਰੀਕਾ ਦੇ ਨਾਲ ਕਰਦੇ ਹੋ ਜਾਂ ਕਿਸੇ ਹੋਰ ਫੋਰਨ ਕੰਟਰੀ ਨਾਲ ਕਰਦੇ ਹੋ ਤਾਂ ਉੱਥੇ ਜਿਹੜੀ ਡੇਲੀ ਵੇਜਸ ਨੇ ਤੇ ਸਾਡੀਆਂ ਡੇਲੀ ਵੇਜਸ ਦੇ ਵਿੱਚ ਬਹੁਤ ਫਰਕ ਹੈਗਾ, ਬੜਾ ਫਰਕ। ਸਾਡਾ ਬੰਦਾ ਤਾਂ $10 ਤੇ ਕੰਮ ਕਰਦਾ ਹੈਗਾ, ਉਹ ਬੰਦਾ $100 ਤੇ ਕੰਮ ਕਰਦਾ ਹੈਗਾ। ਤਾਂ $100 ਵਾਲੇ ਨੂੰ 4 ਸਾਲ ਬਾਅਦ ਤਾਂ 125-50 ਵਾਲੀ ਜੌਬ ਮਿਲ ਜਾਣੀ ਹੈਗੀ। ਸਾਡਾ ਜਿਹੜਾ $10 ਵਾਲਾ ਹੈਗਾ ਉਹਨੂੰ ਤੁਸੀਂ ਵਧੀਆ ਜੌਬ ਦੇਣ ਤੋਂ ਬਾਅਦ ਫਿਰ $10 ਤੇ ਲੈ ਕੇ ਆ ਰਹੇ। ਮੈਨੂੰ ਲੱਗਦਾ ਜੀ ਵੀ ਜਿਹੜੀ ਇਹ ਸਕੀਮ ਹੈ ਸਭ ਤੋਂ ਵੱਡਾ ਜਿਹੜਾ ਫੈਕਟਰ ਇਹਦਾ ਹੈਗਾ ਕਿ 4 ਸਾਲ ਬਾਅਦ ਜਿਹੜੇ ਅੱਜ ਭਰਤੀ ਹੋਏ ਆ ਉਹ ਪੂਰੇ ਅਨਾਰਕੀ ਫੈਲ ਜਾਊਗੀ ਪੂਰੇ ਕੰਟਰੀ ਦੇ ਵਿੱਚ। ਇਸ ਤਰੀਕੇ ਦਾ ਹੋ ਜਾਊਗਾ ਕਿ ਉਹਨਾਂ ਨੂੰ ਲੱਗੂਗਾ ਕਿ ਸਾਡਾ ਤਾਂ ਫਿਊਚਰ ਡਾਰਕ ਹੋ ਗਿਆ, ਅਸੀਂ ਹੋਰ ਕੁਝ ਕਰਨ ਜੋਗੇ ਰਹੇ ਹੀ ਨਹੀਂ। ਠੀਕ ਹੈ ਜੀ, 4 ਸਾਲ ਦੀ ਜੌਬ ਤੋਂ ਬਾਅਦ 11 ਲੱਖ ਰੁਪਈਆ ਉਹਦੀ ਵੈਲਿਊ ਕੀ ਰਹਿ ਜਾਣੀ? ਠੀਕ ਹੈ, ਉਹ ਕੋਈ ਕੰਮ ਧੰਦਾ ਵੀ ਨਹੀਂ ਹੋ ਸਕਦਾ। ਫਿਰ ਉਹਨੂੰ ਇਹ ਵੀ ਨਹੀਂ ਲੱਗਦਾ ਕਿ 4 ਸਾਲ ਬਾਅਦ ਮੈਂ ਕਾਲਜ ਚਲ ਜਾਵਾਂ, ਦੁਬਾਰਾ ਮੈਂ ਡਿਗਰੀ ਕੋਈ ਹੋਰ ਲੈ ਲਵਾਂ, ਕੋਈ ਟੈਕਨੀਕਲ ਲਾਈਨ ਅਡੋਪਟ ਕਰ ਲਵਾਂ ਤੇ ਫਿਰ ਮੇਰਾ ਫਿਊਚਰ ਬਣ ਜਾਊਗਾ। ਇੱਦਾਂ ਦੀ ਵੀ ਕੋਈ ਗੱਲ ਨਹੀਂ ਲੱਗਦੀ। ਮੈਂ ਨਾ ਕਾਫੀ ਨੌਜਵਾਨਾਂ ਦੀ ਇੰਟਰਵਿਊ ਸੁਣੀ ਸੀ। ਇੱਕ ਕਰਨਲ ਨੇ ABP ਸਾਂਝਾ ਤੇ ਇੰਟਰਵਿਊ ਕਰ ਰਹੇ ਸੀ, ਕਰਨਲ ਨੇ ਆਪੋ ਤਾਂ ਬੱਚਿਆਂ ਨੇ ਇੱਕ ਗੱਲ ਕਹੀ ਵੀ 4 ਸਾਲ ਦੀ ਸਾਡੀ ਜਵਾਨੀ ਤੁਸੀਂ ਯੂਟੀਲਾਈਜ਼ ਕਰ ਰਹੇ ਹੋ, ਨੇਸ਼ਨ ਯੂਟੀਲਾਈਜ਼ ਕਰ ਰਿਹਾ ਤੇ ਉਹਦੇ ਬਦਲੇ ਸਾਡੇ ਪਰਿਵਾਰਾਂ ਨੂੰ ਕੀ ਦੇ ਰਹੇ ਹੋ? ਇਹ ਬਹੁਤ ਵੈਲਿਡ ਕੁਐਸਚਨ ਹੈਗਾ ਕਿਉਂਕਿ ਇਹਦੇ 'ਚ ਨਾ ਸਟੇਕ ਹੋਲਡਰ ਤਾਂ ਨੌਜਵਾਨ ਹੀ ਹੈ ਬਿਲਕੁਲ ਨਾ। ਬਾਕੀ ਤਾਂ ਪੋਲੀਟੀਕਲ ਪਾਰਟੀਆਂ ਨੇ ਆਪਦੀ ਗੱਲ ਕਰਨੀ ਹੁੰਦੀ ਆ, ਜਿਹੜੇ ਡਿਫੈਂਸ ਵਿੱਚ ਜਿਨ੍ਹਾਂ ਨੇ ਲਿਆਂਦੀ ਆ ਉਹਨਾਂ ਨੇ ਇਹਦੇ ਹੱਕ 'ਚ ਬੋਲਣਾ ਹੁੰਦਾ, ਤੇ ਜਿਹੜੇ ਸਮਝਦਾਰ ਨੇ, ਰਿਟਾਇਰ ਹੋਏ ਨੇ, ਜਿਨ੍ਹਾਂ ਨੂੰ ਲੱਗਦਾ ਕਿ ਗਲਤ ਉਹਨਾਂ ਨੇ ਉਹ ਗੱਲ। ਪਰ ਮੇਜਰ ਜਿਹੜਾ ਚੰਕ ਹੈਗਾ ਸਟੇਕ ਹੋਲਡਰ ਉਹ ਨੌਜਵਾਨ ਹੈ। ਕਿਤੇ ਤੁਹਾਨੂੰ ਲੱਗਦਾ ਤਾਂ ਨਹੀਂ ਗੁਰਰਾਜ ਸਾਹਿਬ ਵੀ ਇੱਦਾਂ ਵੀ ਜਿਹੜੀ ਗੱਲ ਮੈਂ ਕਹੀ ਆ ਵੀ ਉਹ ਜਿਹੜੇ ਡੈਜ਼ਿਗਨੇਸ਼ਨ ਹੁੰਦੇ ਇਹਨਾਂ ਦੇ ਐਕਸਪੀਰੀਅੰਸ ਤੋਂ ਬਾਅਦ, ਹਾਂਜੀ, ਵੀ ਉਹ ਡੈਜ਼ਿਗਨੇਸ਼ਨ ਖਤਮ ਹੋਣਾ, ਮੈਨੂੰ ਇਹ ਲੱਗ ਰਿਹਾ ਕਿਤੇ ਇੱਦਾਂ ਦੀ ਗੱਲ ਤਾਂ ਨਹੀਂ? ਤੁਸੀਂ ਦੇਖੋ ਅੱਜ ਗੋਰਖਾ ਰੈਜੀਮੈਂਟ ਦੀ ਗੱਲ ਅਸੀਂ ਕਰਦੇ ਹਾਂ, ਚਾਈਨਾ ਦੇ ਬਾਰਡਰ ਤੇ ਗੋਰਖਾ ਰੈਜੀਮੈਂਟ ਖੜੀ ਕਰਤੀ ਜਾਵੇ ਤੇ ਉਹ ਪਿਛਾਂਹ ਨੂੰ ਭੱਜਣ ਨੂੰ ਮਜਬੂਰ ਹੋ ਜਾਂਦੇ। ਪਾਕਿਸਤਾਨ ਵਾਲੇ ਪਾਸੇ ਜੇ ਸਿੱਖ ਰੈਜੀਮੈਂਟ ਖੜੀ ਹੋ ਜਾਂਦੀ ਤਾਂ ਉਹਨਾਂ ਨੂੰ ਵਕਤ ਪੈ ਜਾਂਦਾ। ਠੀਕ ਹੈ ਜੀ, ਇੱਦਾਂ ਹੋਰ ਰੈਜੀਮੈਂਟਸ ਵੀ ਹੈਗੀਆਂ, ਬਿਨਾਂ ਸ਼ੱਕ ਬਿਹਾਰ ਰੈਜੀਮੈਂਟ ਵੀ ਹੈਗੀ ਆ, ਬੰਗਾਲ ਰੈਜੀਮੈਂਟ ਵੀ ਹੈਗੀ ਆ, ਹੋਰ ਰੈਜੀਮੈਂਟਸ ਵੀ ਹੈਗੀਆਂ। ਕਿਤੇ ਇੱਦਾਂ ਦਾ ਤਾਂ ਨਹੀਂ ਵੀ ਸਾਰੀ ਰੈਜੀਮੈਂਟ ਖਤਮ ਕਰਕੇ ਵੀਰ ਹੀ ਪੈਦਾ ਕਰਨਾ ਹੈ? ਨਹੀਂ, ਮੈਨੂੰ ਲੱਗਦਾ ਇਹ ਗਵਰਨਮੈਂਟ ਦਾ ਆਬਜੈਕਟਿਵ ਨਹੀਂ ਤੇ ਨਾ ਗਵਰਨਮੈਂਟ ਅਫੋਰਡ ਕਰ ਸਕਦੀ ਆ, ਨਾ ਜਿਹੜੇ ਮਿਲਟਰੀ ਦੇ ਐਕਸਪਰਟ ਨੇ ਇਸ ਗੱਲ ਨੂੰ ਅਲਾਉ ਕਰਨਗੇ। ਇੱਦਾਂ ਦੀ ਵੈਸੇ ਕੀ ਮਜਬੂਰੀ ਸੀ ਜੀ ਜਿਹਨਾਂ ਨੇ ਵੀ ਤੁਸੀਂ ਉਹਨਾਂ ਦੀ ਤਨਖਾਹ ਵਿੱਚੋਂ 9000 ਕੱਟ ਲੈਣਾ ਤੇ 9000 ਕੋਲੋਂ ਦੇਣਾ? 9000 ਕੋਲੋਂ ਦੇਣਾ ਇੱਦਾਂ ਦੀ ਕੋਈ ਹੈਗੀ ਇਹਨਾਂ ਕੋਲ ਰਿਜ਼ਰਵ ਫੰਡ ਰੱਖਿਆ ਪਿਆ ਜਿਹੜਾ 9000 ਦੇਈ ਜਾਣਗੇ ਹਰ ਨੂੰ? ਨਹੀਂ, ਉਹ ਬਜਟ ਦੇ ਵਿੱਚ ਪੈਸੇ ਪਏ ਹੈਗੇ ਆ, ਬਜਟ ਜਿਹੜਾ ਹੈਗਾ ਡਿਫੈਂਸ ਦਾ ਉਹਦੇ 'ਚ ਪਏ ਆ। ਇੱਕ ਨਾ ਹੋਰ ਮੈਨੂੰ ਗੱਲ ਲੱਗ ਰਹੀ ਹੈਗੀ ਆ ਕਿ
ਇਸ ਟਾਈਮ ਮੈਂ ਪਿਛਲੇ ਸਾਲਾਂ ਦੇ ਵਿੱਚ ਦੇਖ ਰਿਹਾ ਸੀਗਾ ਕਿ ਜਿਹੜਾ ਡਿਫੈਂਸ ਦੇ ਬਜਟ ਦੇ ਵਿੱਚ ਇੱਕ ਬਹੁਤ ਵੱਡਾ ਰੌਲਾ ਪੈ ਰਿਹਾ ਕਿ ਸੈਲਰੀਜ਼ ਦੇ ਨਾਲੋਂ ਜਿਹੜੀਆਂ ਪੈਨਸ਼ਨਸ ਨੇ ਉਹ ਜ਼ਿਆਦਾ ਹੋਣ ਜਾ ਰਹੀਆਂ ਤਾਂ ਸਾਈਮਲਟੇਨੀਅਸਲੀ ਸੀ ਆਰਮੀ ਨੂੰ ਜਿਹੜੇ ਗਏ ਆ ਕੈਡਟਸ ਵੀ ਚਾਹੀਦੇ ਨੇ। ਜੇ ਤਾਂ ਪਰਮਾਨੈਂਟ ਰੱਖਣਗੇ ਤਾਂ ਉਹ ਜਿਹੜਾ ਪੈਨਸ਼ਨ ਦਾ ਬਜਟ ਬਹੁਤ ਵੱਡਾ ਹੋ ਜਾਊਗਾ। ਜਿਵੇਂ ਆਪਣੇ ਵੀ ਇੰਡੀਆ ਪੰਜਾਬ ਵਿੱਚ ਕਹਿੰਦੇ ਹੈਗੇ ਆ ਕਿ ਜਿਹੜਾ ਪੈਨਸ਼ਨ ਦਾ ਬਜਟ ਆ EMPLOYEES ਦੇ ਬਜਟ ਦੇ ਨਾਲ ਪੈਨਸ਼ਨਰ ਦੀ ਗਿਣਤੀ ਜ਼ਿਆਦਾ ਹੋ ਗਈ EMPLOYEE ਨਾਲੋਂ। ਤੁਹਾਨੂੰ ਯਾਦ ਹੋਣਾ ਕਿ ਜਦੋਂ 1 ਰੈਂਕ 1 ਪੈਨਸ਼ਨ ਦਾ ਬੜਾ ਰੌਲਾ ਪਿਆ ਰਿਹਾ, ਬਹੁਤ ਰੌਲਾ ਪਿਆ ਸੀਗਾ, ਉਹ ਵੀ ਉਹਨਾਂ ਨੇ ਕੱਟ ਵੱਢ ਕਰਕੇ ਇਹਨਾਂ ਨੂੰ ਆਰਮੀ ਵਾਲਿਆਂ ਨੂੰ ਦਿੱਤੀ ਹੈਗੀ ਆ, ਸਾਰਿਆਂ ਨੂੰ ਨਹੀਂ ਦਿੱਤੀ। ਹਾਂਜੀ ਹਾਂਜੀ। ਤਾਂ ਮੈਨੂੰ ਲੱਗਦਾ ਗਵਰਨਮੈਂਟ ਦਾ ਜਿਹੜਾ ਇੱਕ ਫਾਈਨੈਂਸ ਮੈਨੇਜਮੈਂਟ ਹੈਗਾ ਉਹ ਇਹ ਗੱਲ ਜ਼ਰੂਰ ਕਹਿੰਦਾ ਹੋਊਗਾ ਵੀ ਜੇ ਪੈਨਸ਼ਨ ਹੀ ਇੰਨੀ ਵੱਧ ਗਈ, ਇੰਨੇ ਬੰਦੇ ਤੁਸੀਂ ਭਰਤੀ ਕਰ ਲਏ ਤਾਂ ਇੱਕ ਸਟੇਜ ਦੇ ਉੱਪਰ ਸਾਨੂੰ ਇਹ ਪੈਨਸ਼ਨ ਦੇਣੀ ਔਖੀ ਹੋ ਜੂਗੀ। ਕਿਉਂਕਿ ਇਹ ਐਕਸਪੈਰੀਮੈਂਟ ਕਈ ਥਾਵਾਂ ਤੇ ਹੋਇਆ ਹੈ ਕਿ ਪੈਨਸ਼ਨ, ਕਿਉਂਕਿ ਇਹਨਾਂ ਜਦੋਂ ਪੇ ਸਕੇਲ ਦਿੰਦੇ ਨੇ ਉਹ ਡਿਸਾਈਡ ਕਰਦੇ IAS ਆਫੀਸਰਸ। IAS ਆਫੀਸਰ ਕਦੇ ਨਹੀਂ ਚਾਹੁੰਦੇਗੇ ਕਿ ਆਰਮੀ ਦੇ ਪੇ ਸਕੇਲ ਸਾਡੇ ਨਾਲ ਵਧੀਆ ਚੱਲੇ। ਬਿਲਕੁਲ ਮੈਨੂੰ ਯਾਦ ਆ ਕਿ ਜਦੋਂ ਕਾਲਜ ਲੈਕਚਰਰਸ ਦੇ ਯੂਨੀਵਰਸਿਟੀ ਦੇ ਪੇ ਸਕੇਲ ਹੋਏ ਸੀਗੇ ਤਾਂ ਜਿਹੜਾ ਮਿਨੀਮਮ ਪੇ ਸਕੇਲ ਸੀ 700-1600 ਉਹ IAS ਦੇ ਬਰਾਬਰ ਸੀਗਾ। ਉਦੋਂ ਬੜਾ ਵੱਡਾ ਰਿਐਕਸ਼ਨ ਆਇਆ ਸੀਗਾ ਵੀ ਸਾਡੇ ਬਰਾਬਰ ਕਿਵੇਂ ਹੋ ਗਿਆ। ਮੈਂ ਆਰਮੀ ਵੈਟਰਨਸ ਨੂੰ ਵੀ ਸੁਣਦਾ ਰਿਹਾ, ਉਹੀ ਗੱਲ ਕਹਿੰਦੇ ਨੇ ਵੀ ਅੱਜ IAS ਆਫੀਸਰ ਜਿਹੜੇ ਹੈਗੇ ਨੇ ਉਹ ਲੌਬੀ ਇੰਨੀ ਸਟਰੋਂਗ ਹੈਗੀ ਆ। ਇਹ ਮੈਨੂੰ ਲੱਗਦਾ ਕਿ ਜਿਹੜੇ ਉਹ ਕਹਿੰਦੇ ਨੇ ਵੀ ਸਿਵਲ ਵਾਲਿਆਂ ਨੇ ਬਣਾਈ ਆ, ਵੀ ਇਹ ਸਕੀਮ IAS ਲੌਬੀ ਨੇ ਬਣਾਈ ਆ ਕਿ ਇੰਨੇ ਬੰਦੇ ਅਸੀਂ ਤੁਹਾਨੂੰ ਇੰਨੇ ਪੈਸਿਆਂ ਵਿੱਚ ਸਟਾਪ ਗੈਪ ਅਰੇਂਜਮੈਂਟ ਜਿਹੜਾ ਦੇ ਦਿਆਂਗੇ ਤੇ ਜੇ ਕਿਤੇ ਲੜਾਈ ਲੱਗਦੀ ਹੈਗੀ ਆ ਉਹ ਜੰਗ ਦੇਾਂਗੇ ਉਹ ਤੁਹਾਨੂੰ ਜੰਗ ਦੇਾਂਗੇ, ਉਹ ਤੁਹਾਡੀ ਖਾਤਰ ਲੜ ਸਕਦੇ। ਮੈਨੂੰ ਇਉਂ ਲੱਗਦਾ ਕਿ ਇਹਦੇ 'ਚ ਫਾਈਨੈਂਸ ਵੀ ਇਨਵੋਲਵ ਹੈ, ਇਹਦੇ ਵਿੱਚ ਸਿਵਲ ਜਿਹੜੀ ਸਿਵਲ ਓਪੀਨੀਅਨ ਹੈ ਆਫੀਸਰਸ ਦਾ ਉਹ ਵੀ ਇਨਵੋਲਵ ਹੈਗਾ ਤੇ ਆਰਮੀ ਵਾਲਿਆਂ ਨੂੰ ਕਿਉਂਕਿ ਸ਼ਾਇਦ ਇਹ ਹੈਗਾ ਕਿ ਐਕਸੈਪਟ ਕਰਨਾ ਪੈ ਰਿਹਾ। ਹੁਣ ਚਲੋ ਆਪਾਂ ਦੂਸਰੀ ਗੱਲ ਆ ਜੀ ਇਹ ਐਕਸੈਪਟ ਨਹੀਂ ਕੀਤੀ, ਯੰਗ ਜਨਰੇਸ਼ਨ ਨੇ ਨਹੀਂ ਕੀਤੀ। ਹਾਂਜੀ, ਐਕਸੈਪਟ ਨਹੀਂ ਕੀਤੀ। ਕੁਝ ਚੇਂਜਸ ਹੋ ਸਕਦਾ ਹੋਰ ਇਨ ਫਿਊਚਰ ਹੋਣ ਆਉਣ ਵਾਲੇ ਕੁਝ ਦਿਨਾਂ ਵਿੱਚ, ਪਰ ਜਿਹੜੀ ਚਾਰੇ ਪਾਸੇ ਅੱਗ ਲੱਗੀ ਪਈ ਹੈ ਇਹ ਅੱਗ ਕੀ ਅਚਨਚੇਤੀ ਹੋ ਗਈ ਜੇ ਇਹਦੇ ਪਿੱਛੇ ਕੋਈ ਪੋਲੀਟੀਕਲ ਕੋਈ ਧਿਰਾਂ ਲੱਗਦੀਆਂ ਜਾਂ ਲੋਕਾਂ ਦੇ ਵਿੱਚ ਗੁੱਸਾ ਹੀ ਇੰਨਾ, ਹਾਲਾਂਕਿ ਨੁਕਸਾਨ ਜਿਹੜਾ ਸਾਰਾ ਉਹ ਨੇਸ਼ਨ ਦਾ ਹੀ ਹੈ ਅਲਟੀਮੇਟਲੀ। ਹਾਂਜੀ ਬਿਲਕੁਲ, ਜਿਹੜੀ ਤੁਹਾਡੀ ਗੱਲ ਨਾ ਤੁਹਾਨੂੰ ਯਾਦ ਹੋਣਾ ਕਿ ਪਿਛਲਾ ਜੁਮਾ ਵੀ ਬੜਾ ਸੋਹਣਾ ਨਹੀਂ ਲੰਘਿਆ ਇੰਡੀਆ ਦੇ ਵਿੱਚ। ਉਦੋਂ ਜਿਹੜਾ ਸੀਗਾ ਨੂਪਰ ਸ਼ਰਮਾ ਕਰਕੇ ਇੱਕ ਸਾਰਾ ਤੇ ਐਤਕੀ ਤਾਂ ਜਿਹੜੀ ਹੈਗੀ ਆ ਇਹਦੇ ਵਿੱਚ ਨਾ ਤਾਂ ਕੋਈ ਰਿਲੀਜਨ ਨਾ ਮੈਨੂੰ ਇਹਦੇ 'ਚ ਕੋਈ ਪੋਲੀਟੀਕਲ ਪਾਰਟੀ ਲੱਗਦੀ ਹੈਗੀ ਆ, ਕਿਉਂਕਿ ਇਹ ਸਭ ਤੋਂ ਪਹਿਲਾਂ ਤਾਂ ਉੱਥੇ ਸ਼ੁਰੂ ਹੋਇਆ ਕਿ ਜਿੱਥੇ BJP ਦੀ ਗਵਰਨਮੈਂਟ ਹੈ। ਬਿਹਾਰ ਦੀ ਗੱਲ ਹੈਗੀ ਆ, ਉੱਥੇ ਤੁਸੀਂ ਦੇਖੋ ਵੀ 7-8 BJP ਦੇ ਜਿਹੜੇ ਸੀਨੀਅਰ ਬੰਦੇ ਉਹਨਾਂ ਨੂੰ ਵਾਈਸ ਸਿਕਿਉਰਿਟੀ ਦੇਣੀ ਪੈ ਰਹੀ ਹੈ। UP ਵਿੱਚ ਹੋ ਰਿਹਾ ਹੈਗਾ ਜਿੱਥੇ ਕਿ ਆਲਰੇਡੀ ਬਹੁਤ ਸਖਤੀ ਕੀਤੀ ਜਾ ਰਹੀ ਹੈਗੀ ਆ। ਤਾਂ ਜਿਹੜਾ ਸਾਡੇ ਕੰਟਰੀ ਦੀ ਇੱਕ ਵੱਡੀ ਪ੍ਰੋਬਲਮ ਰਹੀ ਆ ਕਿ ਅਸੀਂ ਗਰਾਊਂਡ ਰਿਐਲਿਟੀ ਦੀਆਂ ਨੇ ਪ੍ਰੋਬਲਮਸ ਨੂੰ ਅੰਡਰਸਟੈਂਡ ਨਹੀਂ ਕਰਦੇ। ਅਸੀਂ ਜਿਹੜੇ ਡਿਸੀਜਨ ਕਰਦੇ ਹੈਗੇ ਆ ਉਹ AC ਕਮਰਿਆਂ ਵਿੱਚ ਬੈਠ ਕੇ ਕਰਦੇ ਹੈਗੇ ਆ, ਕਿਸੇ ਨੇ ਸੋਚਿਆ ਹੀ ਨਹੀਂ ਹੈਗਾ। ਮੈਨੂੰ ਤਾਂ ਪਹਿਲੀ ਵਾਰੀ ਪਤਾ ਲੱਗਿਆ ਕਿ ਬੱਚੇ 4-4 ਸਾਲ ਤੋਂ UP ਦੇ ਵਿੱਚ ਬਿਹਾਰ ਦੇ ਵਿੱਚ ਟ੍ਰੇਨਿੰਗ ਲੈ ਰਹੇ ਆ ਕਿ ਅਸੀਂ ਆਰਮੀ ਵਿੱਚ ਜਾਣਾ ਹੈ। ਪੰਜਾਬ 'ਚ ਇਹ ਸਥਿਤੀ ਨਹੀਂ ਹੈਗੀ, ਪੰਜਾਬ 'ਚ ਬਹੁਤ ਘੱਟ ਲੋਕ ਹੈਗੇ ਇਸ ਸਥਿਤੀ ਦੇ ਵਿੱਚ ਹੈਗੇ ਆ। ਤਾਂ ਇਹ ਵੇਖੋ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ ਇਹ ਤਾਂ ਇਮੀਡੀਏਟਲੀ ਮੈਨੂੰ ਲੱਗਦਾ ਕਿ ਕੰਟਰੋਲ ਕਰਨੀ ਚਾਹੀਦੀ ਹੈਗੀ ਆ, ਬੱਚਿਆਂ ਨੂੰ ਸਮਝਾਉਣਾ ਚਾਹੀਦਾ, ਅਪੀਲ ਕਰਨੀ ਮਤਲਬ ਆਪ ਮੁਹਾਰੇ ਹੋਈ ਆ। ਹਾਂ, ਇਹ ਆਪ ਮੁਹਾਰੇ ਹੋਈ ਆ। ਉਸ ਤੋਂ ਬਾਅਦ ਵੇਖੋ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਮੌਕਾ ਮਿਲਦਾ। ਜਦੋਂ ਬਿਹਾਰ 'ਚ ਸ਼ੁਰੂ ਹੋਈ ਸੀ ਜੀ ਗੱਲ ਤਾਂ ਉਦੋਂ ਲੱਗਦਾ ਸੀਗਾ ਕਿ ਬਿਹਾਰ ਵਿੱਚ ਨਿਤੀਸ਼ ਕੁਮਾਰ ਜਿਹੜਾ ਇਹਨਾਂ ਤੋਂ ਬਾਗੀ ਹੋ ਰਿਹਾ, ਸ਼ਾਇਦ ਉਹਨੂੰ ਹੋਰ ਕਮਜ਼ੋਰ ਕਰਨ ਦੀ ਖਾਤਰ ਕੋਈ ਇਦਾਂ ਦੀ ਆਪਦੀ ਪਲੈਨਿੰਗ ਹੀ ਹੋਵੇ। ਪਰ ਇਹ ਅੱਗ ਚਾਰੇ ਪਾਸੇ ਜਦੋਂ ਫੈਲੀ ਵੀ ਉਹਨਾਂ ਸੂਬਿਆਂ 'ਚ ਜਿਹੜੇ BJP ਦੇ ਸਾਊਥ 'ਚ ਵੇਖੋ ਨੌਜਵਾਨ ਮਰ ਗਿਆ ਇੱਕ ਸਿਕੰਦਰਾਬਾਦ ਦੇ ਵਿੱਚ, ਤੇ ਪੰਜਾਬ ਦੇ ਵਿੱਚ ਵੀ ਕੱਲ ਸੰਗਰੂਰ 'ਚ ਹਰਿਆਣੇ 'ਚ ਵੀ, ਕਿਉਂਕਿ ਨਾ ਪੰਜਾਬ ਦੇ ਬੈਕਵਰਡ ਜਿਹੜੇ ਇਹ ਵੇਖੋ ਮੈਂ ਤਾਂ ਇਹ ਲੁਧਿਆਣੇ 'ਚ ਉਨੀ ਘੱਟ ਹੈ ਕਿਉਂਕਿ ਸੰਗਰੂਰ ਦੇ ਲੋਕ ਜਿਹੜੇ ਹੈਗੇ ਆ, ਬਠਿੰਡੇ ਦੇ ਲੋਕ ਜਿਹੜੇ ਹੈਗੇ ਇਹਨਾਂ ਦੇ ਬੱਚੇ ਹਜੇ ਆਰਮੀ 'ਚ ਜਾਂਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਸਾਡੇ ਬੱਚਿਆਂ ਦਾ ਭਵਿੱਖ ਆ। ਤਾਂ ਇਹ ਬੱਚਿਆਂ ਦੀ ਤੇ ਪੇਰੈਂਟਸ ਦੀ ਆ ਜਿਹੜੀ ਹੈਗੀ ਆ। ਤਾਂ ਇਹਦੇ 'ਚ ਮੈਨੂੰ ਪੋਲੀਟੀਕਲ ਪਾਰਟੀਆਂ ਹੁਣ ਇਹ ਆ ਕੇ ਜ਼ਰੂਰ ਕਹਿਣ ਲੱਗੀਆਂ ਵੀ ਇਹਨੂੰ ਵਾਪਸ ਲਓ ਜੀ, ਤੁਸੀਂ ਇਹਨੂੰ ਰੀਥਿੰਕ ਕਰੋ ਜੀ। ਹੁਣ ਗਵਰਨਮੈਂਟ ਕੀ ਕਰਦੀ ਹੈ ਇਹਦੇ ਉੱਪਰ ਇਹ ਤਾਂ ਗਵਰਨਮੈਂਟ ਨੂੰ ਪਤਾ ਹੈਗਾ ਕਿ ਗਵਰਨਮੈਂਟਾਂ ਨੇ, ਪਰ ਇਹ ਗਵਰਨਮੈਂਟ ਵਾਸਤੇ ਬਹੁਤ ਵੱਡਾ ਚੈਲੰਜ ਆ ਕਿ ਨੌਜਵਾਨਾਂ ਦਾ ਇੰਨਾ ਐਂਗਰ। ਹੁਣ ਤੱਕ ਤਾਂ ਇਹ ਕਹੀ ਗਏ ਆ ਕਿ ਸਬਕਾ ਸਾਥ ਸਬਕਾ ਵਿਕਾਸ, ਤੇ ਨੌਜਵਾਨ ਜਿਹੜਾ ਜਿਹਨੇ ਦੇਸ਼ ਨੂੰ ਆਉਣ ਵਾਲੇ ਸਮੇਂ ਚਲਾਉਣਾ, ਅਗਰ ਉਹਦੇ ਮਨ ਦੀ ਸਥਿਤੀ ਆ, ਉਹ ਕਹਿੰਦੇ ਆ ਵੀ ਵੈਨ ਦੀ ਐਂਗਰ ਇਜ਼ ਇਨ ਦੀ ਵੇਟ ਇਜ਼ ਆਊਟ। ਜਦੋਂ ਉਹਨਾਂ ਦੇ ਅੰਦਰ ਗੁੱਸਾ ਹੈ
ਤੇ ਤੁਸੀਂ ਕਹੋ ਉਹਨਾਂ ਤੋਂ ਅਕਲ ਦਾ ਕੰਮ ਕਰੋਗੇ, ਉਹ ਅਕਲ ਦਾ ਕੰਮ ਨਹੀਂ ਕਰਦੇ। ਬਿਲਕੁਲ ਨਹੀਂ ਹੋਊਗਾ। ਹਾਂ, ਉਂਝ ਕਹਿ ਰਹੇ ਨੇ, ਮੈਂ ਦੇਖਿਆ ਸੀ ਹਰਿਆਣੇ ਦੇ ਮਿਨਿਸਟਰ ਕਹਿ ਰਹੇ ਨੇ ਜੀ ਅਸੀਂ ਇਹਨਾਂ ਨੂੰ ਸਖਤ ਸਜ਼ਾਵਾਂ ਦੇਵਾਂਗੇ, ਉਹ ਕੀ ਦਿੰਦੇ ਨੇ ਕੀ ਨਹੀਂ ਦਿੰਦੇਗੇ। ਤੇ ਉਹ ਇੱਕ ਡਿਫਰੈਂਟ ਸਟੋਰੀ ਹੈਗੀ ਆ। ਪਰ ਇੱਕ ਗੱਲ ਅੰਡਰਸਟੈਂਡ ਕਰਨ ਵਾਲੀ ਆ ਕਿ ਕੰਟਰੀ ਇਜ਼ ਫੇਸਿੰਗ ਅਨਇੰਪਲੋਇਮੈਂਟ, ਇਕਨੋਮਿਕ ਪ੍ਰੋਬਲਮਸ, ਉਹਨਾਂ ਨੂੰ ਉਹ ਐਡਰੈਸ ਕਰਨੀਆਂ ਚਾਹੀਦੀਆਂ, ਕਿਉਂਕਿ ਆਉਣ ਵਾਲੇ ਕੋਈ ਐਂ ਤਾਂ ਨਹੀਂ ਵੀ ਕੰਟਰੀ ਇੱਕ ਦਿਨ ਚਲਾਉਣਾ, ਕੰਟਰੀ ਨੇ ਤਾਂ ਕੰਟੀਨਿਊਸ ਚੱਲਣਾ ਹੀ ਚੱਲਣਾ ਹੈਗਾ। ਅਨਇੰਪਲੋਇਮੈਂਟ ਰੇਟ ਦਾ ਡਾਟਾ ਦੇਖਣਾ ਚਾਹੀਦਾ, ਨੌਜਵਾਨਾਂ ਦਾ ਡਾਟਾ ਦੇਖਣਾ ਚਾਹੀਦਾ, ਕਿੰਨੇ ਬੱਚੇ ਜਿਹੜੇ ਹੈਗੇ ਆ, ਜਿਸ ਤਰ੍ਹਾਂ ਕਹਿ ਰਹੇ ਵੀ ਆਈਲੈਟਸ ਕਰਕੇ ਬਾਹਰ ਜਾਣਾ। ਪੰਜਾਬ ਵਾਲਿਆਂ ਨੇ ਤਾਂ ਦੇਖੋ ਨਾ ਆਪਦਾ ਫੇਸ ਬਦਲਿਆ। ਜੇ ਪੰਜਾਬ ਦਾ ਬੱਚਾ ਫਾਰ ਐਗਜ਼ਾਮਪਲ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਨਾ ਜਾਂਦਾ ਹੁੰਦਾ, ਇੰਗਲੈਂਡ ਆ ਜਾਂਦਾ, ਤੇ ਇੱਥੇ ਵੀ ਅੱਜ ਉਸ ਕਿਸਮ ਦੀ ਰਿਪੋਰਟ ਹੋਣੀ ਸੀਗੀ। ਤੇ ਜਿਹੜਾ ਕਹਿੰਦੇ ਵੀ ਸਾਡੇ ਬੱਚੇ ਬਾਹਰ ਜਾ ਰਹੇ, ਅਸੀਂ ਰੱਖਣੇ ਆ ਉੱਥੇ, ਜੀ ਰੱਖੋਗੇ ਕਿਵੇਂ ਤੁਸੀਂ? ਉਹ ਬਿਹਾਰ ਵਾਲੇ ਵੀ ਬੱਚੇ ਸਾਡੇ ਹੀ ਆ ਨਾ, ਯੂਪੀ ਵਾਲੇ ਵੀ ਸਾਡੇ ਹੀ ਆ ਨਾ। ਜੇ ਉਹ ਬੱਚੇ ਔਖੇ ਹੈਗੇ ਆ ਤੇ ਫਿਰ ਪੰਜਾਬ ਵਾਲੇ ਕਿਵੇਂ ਸੌਖੇ ਹੋ ਜਾਣਗੇ? ਤਾਂ ਗਵਰਨਮੈਂਟਾਂ ਨੂੰ ਕੋਆਰਡੀਨੇਟਡ ਐਫਰਟ ਫਾਰ ਇੰਪਲੋਇਮੈਂਟ ਜਨਰੇਸ਼ਨ, ਇੰਪਲੋਇਮੈਂਟ ਜਨਰੇਸ਼ਨ ਤਾਂ ਹੀ ਹੋਊਗੀ ਜੇ ਰਿਲੀਜਨ ਨੂੰ ਪਾਸੇ ਕਰਨਗੇ ਤੇ ਇੰਡਸਟਰੀ ਨੂੰ ਡਿਵੈਲਪ ਕਰਨਗੇ ਤੇ ਇੰਡਸਟਰੀਅਲ ਇਨਵੈਸਟਮੈਂਟ ਹੋਊਗੀ ਤੇ ਫਿਰ ਦੇਸ਼ ਜਿਹੜਾ ਅੱਗੇ। ਇਹਦੇ ਚਾਂਸਸ ਤਾਂ ਘੱਟ ਹੀ ਲੱਗਦੇ ਵੇਖੋ, ਹੋਪ ਕਰ ਸਕਦੇ ਆ। ਚਲੋ ਇੱਕ ਹੋਰ ਗੱਲ ਕਰ ਲਈਏ ਜੀ। ਇੱਕ ਅਖਬਾਰ ਪ੍ਰੋਫੈਸਰ ਸਾਹਿਬ ਉਦੋਂ ਚੱਲੀ ਜਦੋਂ ਉਹ ਸ਼ੁਰੂ ਹੋਈ, ਜਦੋਂ ਉਹਨੂੰ ਚਲਾਉਣ ਵਾਲੀ ਪਾਰਟੀ ਵੀ ਉਦੋਂ ਹੀ ਬਣੀ। ਉਮਰ ਸਾਰਿਆਂ ਦੀ ਇੱਕੋ ਜੀ, ਪਰ ਪਾਰਟੀ ਦੀ ਵੀ ਲੱਕ ਟੁੱਟ ਗਿਆ ਤੇ ਅਖਬਾਰ ਦਾ ਵੀ ਟੁੱਟ ਗਿਆ। ਠੀਕ ਹੈ ਜੀ। ਹਾਂਜੀ, ਨੈਸ਼ਨਲ ਹੈਰਾਲਡ ਜਿਹੜਾ ਅਖਬਾਰ ਹੈ ਜੀ, ਤੇ ਨਹਿਰੂ ਵੇਲੇ ਨਿਕਲਿਆ ਸ਼ੁਰੂ ਹੋਇਆ, ਤੇ ਜਦੋਂ ਨਹਿਰੂ ਤੋਂ ਬਾਅਦ ਇੰਦਰਾ ਦਾ ਰਾਜ ਆਇਆ ਤੇ ਉਹਦੇ ਵਿੱਚ ਉਦੋਂ ਤੋਂ ਹੀ ਜਿਹੜੀਆਂ ਫਾਈਨੈਂਸ਼ੀਅਲ ਗੜਬੜਸ ਹੋਣੀਆਂ ਸ਼ੁਰੂ ਹੋ ਗਈਆਂ। ਉਸ ਤੋਂ ਬਾਅਦ ਜਦੋਂ ਫਿਰ ਰਾਜੀਵ ਗਾਂਧੀ ਦਾ ਰਾਜ ਆਇਆ, ਉਦੋਂ ਦੀ ਗੱਲ ਦਾ ਮੈਨੂੰ ਨਹੀਂ ਪਤਾ ਕੁਛ, ਪਰ ਸੋਨੀਆ ਦੇ ਰਾਜ ਵਾਲੀ ਗੱਲ ਕਰ ਲਈਏ, ਕਿਉਂਕਿ 10 ਸਾਲ ਬਿਹਾਈਂਡ ਦੀ ਕਰਟਨ ਜਿਹੜਾ ਸੋਨੀਆ ਨੇ ਰਾਜ ਕੀਤਾ, ਭਾਵੇਂ ਡਾਕਟਰ ਮਨਮੋਹਨ ਸਿੰਘ ਦਾ ਫੇਸ ਮੋਹਰੇ ਸੀਗਾ, ਉਦੋਂ ਜਿਹੜਾ ਸੀ ਇਹ ਸਾਰਾ ਕੁਛ ਐਡਾ ਵੱਡਾ ਸਕੈਂਡਲ ਜਿਹਾ ਬਣ ਗਿਆ, ਜਿਹਦੇ ਲਈ ਹੁਣ ਸਰਕਾਰ ਨੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਦਾ ਸਕੰਜਾ ਕੱਸਤਾ। ਕੀ ਹੈ ਜੀ ਸਾਰਾ ਮਸਲਾ? ਨੈਸ਼ਨਲ ਹੈਰਾਲਡ ਅਖਬਾਰ ਦੀ ਇੱਕ ਡਿਫਰੈਂਟ ਜੀ ਸਟੋਰੀ ਹੈ ਦੂਜੇ ਅਖਬਾਰਾਂ ਨਾਲੋਂ। ਐਡਾ ਵੱਡਾ ਅਖਬਾਰ ਬੈਂਕਰਪਟ ਹੋ ਗਿਆ, 90 ਕਰੋੜ ਦਾ ਕਹਿੰਦੇ ਕਰਜ਼ਾ ਸੀ ਇਹਦੇ ਤੇ, 90 ਕਰੋੜ ਦਾ ਕਰਜ਼ਾ ਸੀ। ਫਿਰ ਇਹ ਯੰਗ ਇੰਡੀਅਨ ਬਣ ਕੇ ਤੇ ਇਸਨੂੰ ਟੇਕ ਓਵਰ ਕੀਤਾ ਤੇ ਪਾਰਟੀ ਦੇ ਵਿੱਚੋਂ ਪੈਸੇ ਲੈ ਕੇ, ਪਾਰਟੀ ਫੰਡ ਦੇ ਵਿੱਚੋਂ ਉਹ ਕਰਜ਼ਾ ਲਾਇਆ ਗਿਆ ਤੇ ਫਿਰ ਇਸ ਅਖਬਾਰ ਨੂੰ ਚਲਾਇਆ ਗਿਆ। ਉਸ ਟਾਈਮ ਜਦੋਂ ਮੈਨੂੰ ਲੱਗਦਾ ਇਹ ਸਾਰਾ ਐਕਸਰਸਾਈਜ਼ ਕੀਤੀ ਹੁਣ, ਤਾਂ ਉਹਨਾਂ ਨੇ ਇਹ ਨਹੀਂ ਸੋਚਿਆ ਹੋਣਾ ਕਿ 10-15 ਸਾਲ ਬਾਅਦ ਇਹਦੀਆਂ ਕੋਈ ਫਾਲ ਆਊਟ ਹੋ ਸਕਦਾ ਹੈਗਾ, ਕਿਉਂਕਿ ਜਦੋਂ ਬੰਦਾ ਪਾਵਰ 'ਚ ਹੁੰਦਾ ਉਹਨੂੰ ਲੱਗਦਾ ਵੀ ਕੋਈ ਨਹੀਂ, ਕਰੀ ਜਾਓ, ਮਿਨਿਸਟਰ ਵੀ ਕਰੀ ਜਾਂਦੇ ਹੈਗੇ ਆ। ਸੈਕੰਡਲੀ ਨਾ, ਸਾਡੇ ਇੱਕ ਹਾਇਰਾਰਕੀ ਆ ਵੀ ਜਦੋਂ ਵੱਡਾ ਬੰਦਾ ਕੋਈ ਗੱਲ ਕਹਿ ਦੇਵੇ ਤੇ ਛੋਟਾ ਬੰਦਾ ਛੇਤੀ ਕੀਤੇ ਇਹ ਗੱਲ ਕਹਿੰਦਾ ਨਹੀਂ ਜੀ, ਗਲਤ ਹੈ। ਉਹ ਜਿਹੜੇ ਚੈੱਕਸ ਐਂਡ ਬੈਲੈਂਸਿਸ ਹੁੰਦੇ ਆ ਨਾ, ਉਹ ਸਾਡੇ ਐਡਮਿਨਿਸਟ੍ਰੇਟਿਵ ਸਿਸਟਮ 'ਚ ਮਿਸਿੰਗ ਨਹੀਂ। ਤਾਂ ਉਹ ਜਿਹੜਾ ਉਸ ਟਾਈਮ ਹੀ ਕਹਿ ਦਿੰਦੇ ਵੀ ਇਹ ਗੱਲ ਠੀਕ ਨਹੀਂ ਹੈਗੀ, ਤਾਂ ਅਸੀਂ ਅੱਜ ਸਥਿਤੀ ਆ ਨਾ ਸਮਝਦੇ। ਇਹਦੇ 'ਤੇ ਕਈ ਇਨਕੁਆਇਰੀਜ਼ ਹੋਈਆਂ ਨੇ ਹੁਣ ਤੱਕ, ਫਿਰ ਵੀ ਕਿਉਂਕਿ ਜਦੋਂ ਇਹ ਬਣਾਉਂਦੇ ਨੇ, ਸਾਰਾ ਸਿਸਟਮ ਕਰਦੇ ਨੇ, ਚਾਰਟਰਡ ਅਕਾਊਂਟੈਂਟ, ਲੀਗਲ ਐਕਸਪਰਟ ਸਾਰੇ ਲਾ ਲੈਂਦੇ ਆ ਕਿ ਜਿੰਨੇ ਲੂਪ ਹੋਲਸ ਆ ਪਹਿਲਾਂ ਪਲੱਗ ਕਰ ਲਓ, ਤਾਂ ਉਹ ਸਾਰੇ ਪਲੱਗ ਕੀਤੇ ਹੈਗੇ ਆ। ਹੁਣ ਸਥਿਤੀ ਇਹ ਹੋਈ ਆ ਕਿ ਗਵਰਨਮੈਂਟ ਬੀਜੇਪੀ ਦੀ ਆ, ਬੀਜੇਪੀ ਦੀ ਗਵਰਨਮੈਂਟ ਨੂੰ ਲੱਗਦਾ ਹੈਗਾ ਕਿ ਈਡੀ ਦੇ ਰੇਡ ਕਰਾਓ, ਈਡੀ ਦੇ ਰੇਡ ਕਰਾ ਕੇ ਇਹਨਾਂ ਨੂੰ ਮੈਕਸਿਮਮ ਹਰਾਸ ਕਰੋ, ਕਿਉਂਕਿ ਐਡੇ ਵੱਡੇ ਅਮਾਊਂਟ ਦੇ ਵਿੱਚੋਂ ਜੇ ਕਿਸੇ ਨੂੰ ਕਹਦੇ ਵੀ 2000 ਕਰੋੜ ਤੇਰਾ ਇੱਧਰ ਨੂੰ ਇੱਧਰ ਹੋਇਆ ਸੀਗਾ, ਤੇ ਬੰਦਾ 20 ਵਾਰੀ ਇਸ ਗੱਲ ਤੇ ਜਸਟੀਫਾਈ ਕਰੂਗਾ ਵੀ ਨਹੀਂ ਹੋਇਆ ਸੀਗਾ, ਤੇ 10-20 ਸਾਲ ਉਹਦਾ ਪੋਲੀਟੀਕਲ ਕੈਰੀਅਰ ਜਿਹੜਾ ਹੈਗਾ ਉਹ ਪਿੱਛੇ ਹੋ ਜਾਂਦਾ, ਦਾਗੀ ਹੋ ਜਾਂਦਾ ਨਾ ਬੰਦਾ ਜਿਹੜਾ। ਬਿਲਕੁਲ ਬਿਲਕੁਲ। ਤਾਂ ਹੀ ਤਾਂ ਕਹਿੰਦੇ ਸੀ ਵੀ ਜਿਹੜਾ ਕਿੰਗ ਹੁੰਦਾ ਚਾਹੀਦਾ, ਜਿਹੜਾ ਕਿੰਗ ਹੋਵੇ ਉਹ ਦਾਗੀ ਨਹੀਂ ਹੋਣਾ ਚਾਹੀਦਾ। ਉਹਦਾ ਮਤਲਬ ਇਹ ਹੀ ਸੀ ਵੀ ਜਾਂ ਤਾਂ ਤੂੰ ਦਾਗੀ ਹੋ ਜਾ ਤੇ ਜਾਂ ਕਿੰਗਸ਼ਿਪ ਚਲਾ ਲਾ। ਬਿਲਕੁਲ। ਤੇ ਹੁਣ ਇਹ ਕਿੰਗਸ਼ਿਪ ਦੀ ਪਾਰਟੀ ਸੀ, ਤੇ ਉਹਦੇ 'ਚ ਸੋਨੀਆ ਗਾਂਧੀ ਜੀ ਨੂੰ ਵੀ ਬੁਲਾਇਆ ਹੋਇਆ, ਉਹਨਾਂ ਨੂੰ ਵੀ ਬੁਲਾਇਆ 72 ਘੰਟੇ ਦੀ, ਫਿਰ 72 ਤੋਂ ਚੌਥੇ ਦਿਨ ਦੀ ਉਹਨਾਂ ਦੀ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਹੋ ਗਈ ਆ। ਮੈਨੂੰ ਲੱਗਦਾ ਇੰਨੀ ਤਾਂ ਬੰਦੇ ਦੇ ਯਾਦਾਸ਼ਤ 'ਚ ਨਹੀਂ ਹੁੰਦਾ ਵੀ ਕੀ ਕੀਤਾ ਹੋਇਆ, ਤਾਂ ਉਹਦੇ 'ਚ ਜਿੰਨੀਆਂ ਲੈਪਸਿਸ ਹੋਣਗੀਆਂ ਉਹ ਲੈਪਸਿਸ ਜਿਹੜੀਆਂ ਮੰਨ ਲੈਣਗੇ ਤੇ ਉਹਦੇ 'ਤੇ ਕੋਈ ਨਾ ਕੋਈ ਕੇਸ ਦਰਜ ਹੋ ਜਾਊਗਾ। ਤੇ ਇਹ ਐਕਚੁਅਲੀ ਇਨਵੈਸਟੀਗੇਸ਼ਨ ਇੰਨੀ ਲੰਬੀ ਹੈਗੀ ਆ, ਇਹਦੇ 'ਚ ਵੀ ਠੀਕ ਹੈ ਕਿ ਗਲਤ ਆ ਕੋਈ ਬੰਦਾ ਕਹਿ ਨਹੀਂ ਸਕਦਾ। ਹੁਣ ਦੇਖੋ ਜੀ, ਰਾਹੁਲ ਗਾਂਧੀ ਨੂੰ ਸੱਦਿਆ,
ਰਾਹੁਲ ਗਾਂਧੀ ਨੂੰ ਈਡੀ ਨੇ ਜਿਹੜਾ ਪਹਿਲਾ ਸਵਾਲ ਕੀਤਾ, ਹਾਂਜੀ ਉਹਨੇ ਮਤਲਬ ਕਿਹਾ ਜੀ ਨੈਸ਼ਨਲ ਹੈਡ ਬਾਰੇ ਦੱਸੋ ਕੀ ਆ। ਉਹ ਕਹਿੰਦੇ ਜੀ ਤੁਸੀਂ ਮੈਨੂੰ ਸੱਦਿਆ, ਇਹਦਾ ਮਤਲਬ ਤੁਹਾਨੂੰ ਤੁਸੀਂ ਪੌਣੇ ਛਾਣ ਕੀਤੀ ਹੋ, ਕੋਈ ਇਨਵੈਸਟੀਗੇਸ਼ਨ ਕੀਤੀ ਹੋ, ਤਾਂ ਹੀ ਮੈਨੂੰ ਬੁਲਾਇਆ, ਤੁਸੀਂ ਮੈਨੂੰ ਕੋਈ ਸਵਾਲ ਕਰਦੇ ਪਏ। ਬਿਲਕੁਲ ਠੀਕ ਹੈ ਜੀ। ਮਤਲਬ ਇਹ ਇੱਕ ਇਦਾਂ ਦੀ ਗੱਲ ਤੋਂ ਲੱਗਦਾ ਹੁੰਦਾ ਕਿ ਇਹ ਸੋਚੀ ਸਮਝੀ ਗੱਲ ਵੀ ਹੈਗੀ। ਬਿਲਕੁਲ ਤੁਹਾਨੂੰ ਯਾਦ ਹੋਣਾ ਕਿ ਤੁਹਾਡੀ ਗੱਲ ਵਿੱਚ ਹੀ ਆ ਕਿ ਸ਼ੁਰੂ ਦੇ ਵਿੱਚ ਪ੍ਰਿਯੰਕਾ ਗਾਂਧੀ ਤੇ ਉਹਨਾਂ ਦੇ ਹਸਬੈਂਡ ਮਿਸਟਰ ਵਾਡਰਾ, ਉਹਨਾਂ ਦਾ ਕੋਈ ਹਰਿਆਣੇ 'ਚ ਜ਼ਮੀਨ ਦਾ ਸੀਗਾ। ਹਾਂਜੀ ਹਾਂਜੀ। ਕਿੰਨੀ ਅਖਬਾਰਾਂ 'ਚ ਮੀਡੀਆ 'ਚ ਕੀਤਾ ਸੀਗਾ, ਅੱਜ ਤੱਕ ਕੁਝ ਨਹੀਂ ਹੋਇਆ। ਪਰ ਉਹ ਇੰਨੀ ਹਰਾਸਮੈਂਟ ਉਹਨਾਂ ਦੀ ਕਰ ਦਿੱਤੀ ਸੀਗੀ ਕਿਉਂਕਿ ਉਹਨਾਂ ਪੋਲੀਟੀਕਲ ਵੈਂਡੇਟਾ ਜਿਹੜਾ ਨਾ, ਇਹ ਇੱਕ ਸਾਡਾ ਟੂਲ ਹੈ, ਉੱਥੇ ਬਹੁਤ ਇੰਪੋਰਟੈਂਟ ਹੋ ਗਿਆ। ਹਾਂ ਇੰਪੋਰਟੈਂਟ ਹੈ, ਇਹ ਟੂਲ ਹੈਗਾ ਦੂਸਰੀਆਂ ਪਾਰਟੀਆਂ ਨੂੰ ਲੈਟ ਡਾਊਨ ਕਰਨ ਦਾ। ਕਿਤੇ ਕਿਤੇ ਤਾਂ ਠੀਕ ਵੀ ਹੁੰਦਾ ਹੈਗਾ ਵੈਂਡੇਟਾ, ਠੀਕ ਨਹੀਂ ਹੁੰਦਾ ਵੀ ਕਿਤੇ ਕਿਤੇ ਇਨਵੈਸਟੀਗੇਸ਼ਨ ਠੀਕ ਹੁੰਦੀ ਹੈਗੀ, ਪਰ ਉਹ ਪੋਲੀਟੀਕਲ ਵੈਂਡੇਟਾ ਕੋਈ 100 ਸਾਲ ਪੁਰਾਣਾ ਕੇਸ ਕੱਢ ਲਓ ਕਿਸੇ ਦਾ, ਕੋਈ 50 ਸਾਲ ਪੁਰਾਣਾ ਕੇਸ ਕੱਢ ਲਓ, ਉਹਦੇ ਨਾਲ ਉਹਨੂੰ ਹਰਾਸਮੈਂਟ ਹੈ। ਤੇ ਇਹ ਹਰਾਸਮੈਂਟ ਜਿਹੜੀ ਹੈ ਬੀਜੇਪੀ ਜਿਹੜੀ ਆ, ਬੜੀ ਇੰਟਰਸਟਿੰਗ ਗੱਲ ਹੈ ਵੀ ਜਦੋਂ ਬੰਦਾ ਬੀਜੇਪੀ 'ਚ ਚਲਿਆ ਜਾਂਦਾ ਉਦੋਂ ਧੋਤਾ ਹੋ ਜਾਂਦਾ। ਕੱਲ ਨੂੰ ਰਾਹੁਲ ਗਾਂਧੀ ਅਨਾਉਂਸ ਕਰਦੇ, ਰਾਹੁਲ ਗਾਂਧੀ ਅਨਾਉਂਸ ਕਰ ਦੇਣ ਮੈਂ ਤਾਂ ਚੱਲਿਆ ਜੀ ਮੈਂ ਉਹਦਾ ਚੱਲਿਆ ਹੈਗਾ, ਫਿਰ ਸਾਰੇ ਕੇਸ ਖਤਮ। ਗਾਂਧੀ ਜਿਹੜੇ ਹੈਗੇ ਆ ਉਹ ਬਿਲਕੁਲ ਦੁੱਧ ਧੋਤੇ ਹੋ ਜਾਣਗੇ। ਜਿੰਨੇ ਬੰਦੇ ਗਏ ਨੇ ਸਾਰੇ ਇੱਥੋਂ ਕਰਪਟ ਗਏ ਨੇ, ਜਿਨ੍ਹਾਂ ਦੇ ਚਾਰਜਸ ਸੀਗੇ, ਰਾਤੋਂ ਰਾਤ ਬੀਜੇਪੀ ਚਲੇ ਗਏ, ਅਗਲੇ ਦਿਨ ਉਹਨਾਂ ਨੂੰ ਟਿਕਟਾਂ ਮਿਲ ਗਈਆਂ, ਈਡੀ ਦੇ ਰੇਡ ਬੰਦ ਹੋ ਗਏ ਸਾਰੇ, ਤੇ ਜਿਹੜੇ ਨਹੀਂ ਹੈਗੇ ਤੇ ਉਹਨਾਂ ਨੂੰ ਈਡੀ ਦੇ ਰੇਡ ਸ਼ੁਰੂ ਕਰ ਦਿੱਤੇ। ਕਾਂਗਰਸ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਇਸ ਕੇਸ ਨੂੰ ਲਿਆ, ਸੜਕਾਂ ਤੇ ਉਤਰ ਆਏ, ਹਾਂਜੀ ਪੰਜਾਬ ਤੋਂ ਲੈ ਕੇ ਬੰਗਾਲ ਤੱਕ, ਉਹਨਾਂ ਨੇ ਸਰਕਾਰ ਨੂੰ ਇਹ ਕਿਹਾ ਕਿ ਤੁਸੀਂ ਰਾਹੁਲ ਗਾਂਧੀ ਨੂੰ ਪਰੇਸ਼ਾਨ ਕਰ ਰਹੇ ਹੋ, ਅਸੀਂ ਇਹਨਾਂ ਦੇ ਨਾਲ ਆ। ਉਹ ਚੰਗੇ ਆ ਮਾੜੇ ਆ ਉਹ ਐਨਾਲਿਸਿਸ ਉਹਨਾਂ ਨੇ ਵੀ ਨਹੀਂ ਕੀਤਾ, ਉਹਨਾਂ ਨੇ ਇਹ ਕਿ ਸਾਡਾ ਲੀਡਰ ਤੁਸੀਂ ਇਹਨੂੰ ਤੰਗ ਕਰਦੇ ਪਏ। ਇਹ ਜਿਹੜੀ ਇਹ ਪਾਲਿਸੀ ਇਹ ਕਿੱਥੋਂ ਤੱਕ ਜਾਇਜ਼ ਹੈ ਜੀ ਰਾਜਨੀਤੀ ਦੇ ਵਿੱਚ? ਦੇਖੋ ਰਾਜਨੀਤਿਕ ਪਾਲਿਸੀ ਦੇ ਵਿੱਚ ਨਾ ਇੱਕ ਗੱਲ ਤਾਂ ਪੱਕੀ ਹੁੰਦੀ ਆ ਕਿ ਆਪਦੇ ਕਿੰਗ ਨੂੰ, ਆਪਦੇ ਲੀਡਰ ਨੂੰ ਤੁਸੀਂ ਬਚਾਉਣਾ, ਕਿਵੇਂ ਵੀ ਬਚਾਉਣਾ। ਤੁਹਾਨੂੰ ਯਾਦ ਆ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਤੇ ਕੇਸ ਸੀਗਾ, ਹਾਂਜੀ, ਤਾਂ ਸੁਖਬੀਰ ਸਿੰਘ ਬਾਦਲ ਜੀ ਕਹਿੰਦੇ ਸੀ ਵੀ ਮੈਂ ਰਾਜਨੀਤੀ ਛੱਡ ਦੂੰਗਾ ਜੇ ਦੋਸ਼ੀ ਨਿਕਲੇ। ਕਿੰਨੀ ਦੇਰ ਦੀ ਜੇਲ੍ਹ 'ਚ ਬੈਠੇ ਨੇ। ਇਹ ਵੇਖੋ ਪੋਲੀਟੀਕਲ ਲਾਈਫ ਦੇ ਵਿੱਚ ਤਕਰੀਬਨ ਬੰਦੇ ਦਾਗੀ ਹੈ। ਉਹ ਬੰਦਾ ਦਾਗੀ ਕਿੰਨਾ ਹੈ ਤੇ ਕਿਹੜੀ ਪਾਰਟੀ ਤੋਂ ਕਦੋਂ ਹਿੱਟ ਹੁੰਦਾ ਹੈਗਾ, ਤਾਂ ਪੋਲੀਟੀਕਲ ਪਾਰਟੀ ਨੇ ਉਸ ਨੂੰ ਬਚਾਉਣਾ। ਮੈਨੂੰ ਲੱਗਦਾ ਇਹ ਦਾਗੀ ਹੋ ਕੇ ਪੋਲੀਟੀਕਲ ਪਾਰਟੀ 'ਚ ਜਾਂਦੇ ਆ, ਦਾਗੀ ਹੋ ਕੇ ਵੀ ਪੋਲੀਟੀਕਲ, ਉਹਨੇ ਫਿਰ ਆਪਦੇ ਆਪ ਨੂੰ ਬਚਾਉਣ ਵਾਸਤੇ। ਕਿੰਨੇ ਆਫੀਸਰ ਸੀਗੇ ਜਿਹਨੇ ਕਰਪਟ ਹੋਏ ਨੇ ਤੇ ਬਾਅਦ ਦੇ ਵਿੱਚ ਐਮਐਲਏ ਬਣੇ ਹੈਗੇ, ਤੇ ਸਾਰੇ ਕੇਸ ਉਹਨਾਂ ਦੇ ਬੰਦ ਹੋ ਜਾਂਦੇ ਬਾਅਦ ਦੇ ਵਿੱਚ ਜਾ ਕੇ। ਤਾਂ ਰਾਜਨੀਤੀ ਦੇ ਵਿੱਚ ਮੋਰਲਿਟੀ ਤਾਂ ਹੁੰਦੀ ਨਹੀਂ ਗੀ। ਜੇ ਆਪਾਂ ਸੋਚੀਏ ਵੀ ਰਾਜਨੀਤੀ 'ਚ ਕੋਈ ਮੋਰਲਿਟੀ ਆ, ਕਿਸੇ ਟਾਈਮ ਨਾ ਮੋਰਲ ਐਥਿਕਸ ਹੁੰਦੇ ਸੀ, ਟ੍ਰੈਡੀਸ਼ਨਸ ਹੁੰਦੀਆਂ ਸੀ ਕਿ ਜੇ ਮੇਰੇ ਤੇ ਦਾਗ ਲੱਗਿਆ ਮੈਂ ਪਹਿਲਾਂ ਰਿਜ਼ਾਈਨ ਕਰ ਦੂੰਗਾ, ਮੈਂ ਕਹੂੰਗਾ ਮੇਰੀ ਓਪਨ ਇਨਕੁਆਇਰੀ ਕਰ ਲਓ ਤੁਸੀਂ, ਓਪਨ ਇਨਕੁਆਇਰੀ ਤੋਂ ਬਾਅਦ ਜਿਹੜੀ ਹੈਗੀ ਆ ਮੈਂ ਜੇ ਸਜ਼ਾ ਹੋਈ, ਦੈਟ ਵਾਜ਼ ਰੂਲ ਆਫ ਦੀ ਲਾ। ਤੇ ਹੁਣ ਇਹ ਰੂਲ ਆਫ ਦੀ ਲਾ ਨਹੀਂ ਹੈਗਾ। ਇਹਨਾਂ ਨੂੰ ਇਹ ਲੱਗਦਾ ਕਿ ਸਾਰੀ ਕਾਂਗਰਸ ਨੂੰ ਇਹ ਲੱਗਦਾ ਕਿ ਜੇ ਸਾਡੇ ਦੋ ਲੀਡਰ ਨੈਸ਼ਨਲ ਲੈਵਲ ਦੇ ਜਿਹੜੇ ਪਾਰਟੀ ਨੂੰ ਰਨ ਕਰ ਰਹੇ ਆ ਉਹ ਦਾਗੀ ਹੋ ਕੇ ਜੇਲ੍ਹਾਂ 'ਚ ਬੰਦ ਕਰ ਦਿੱਤੇ ਜਾਣ, ਤੇ ਫਿਰ ਥੱਲੜਾ ਲੀਡਰ ਦੇ ਵਿੱਚ ਜਿਹੜਾ ਕਿ ਹੋਊਗਾ ਕਿ 2024 ਦੀਆਂ ਇਲੈਕਸ਼ਨਸ ਨੇ, ਤਾਂ ਉਹਨਾਂ ਵਿੱਚ ਇੱਕ ਨਿਰਾਸ਼ਾ ਹੋਊਗੀ। ਤੇ ਜਿਹੜਾ ਛੋਟਾ ਬੰਦਾ ਮੇਰੇ ਵਰਗਾ ਉਹ ਤਾਂ ਪਹਿਲਾਂ ਹੀ ਡਰਨ ਲੱਗ ਜਾਂਦਾ ਵੀ ਜੇ ਉਹਦਾ ਇਹ ਹਾਲ ਹੈ ਤਾਂ ਵੀ ਮੇਰਾ ਕੀ ਹਾਲ ਹੋਊਗਾ। ਨਹੀਂ ਹੋ ਕਈ ਇੱਕ ਬੰਦੇ ਨੂੰ ਮੈਂ ਇਹ ਕਹਿੰਦਿਆਂ ਸੁਣਿਆ ਜੀ ਟੀਵੀ ਦੇ ਉੱਤੇ, ਉਹ ਕਹਿੰਦੇ ਜੀ ਬੀਜੇਪੀ ਨੇ ਅਸਲ 'ਚ ਕਾਂਗਰਸ ਦੀ ਮਦਦ ਕਰ ਰਹੀ ਹੈ, ਕਿਉਂਕਿ ਕਾਂਗਰਸ ਜਿਹੜੀ ਜਨਰਲ ਕਾਂਗਰਸ ਹੈ ਉਹਦੇ 'ਚ ਜ਼ਰੂਰਤ ਨਹੀਂ ਹੈਗੀ ਕਿ ਉਸ ਨਹਿਰੂ ਗਾਂਧੀ ਪਰਿਵਾਰ ਦੇ ਕੋਲੋਂ ਕਾਂਗਰਸ ਨੂੰ ਬਚਾ ਲਵੇ ਤੇ ਹਾਂਜੀ ਅਲੱਗ ਕਰ ਲਵੇ। ਇਹ ਤਾਂ ਬੀਜੇਪੀ ਨੇ ਉਹਨਾਂ ਨੂੰ ਪਾਸੇ ਕਰ ਦੇਣਾ ਵਾ, ਫਿਰ ਜਿਹੜਾ ਚੰਗਾ ਬੰਦਾ ਉਹ ਕਾਂਗਰਸ ਦਾ ਲੀਡਰ ਬਣ ਜਾਵੇ। ਇਹ ਤਾਂ ਵੇਖੋ ਬਹੁਤ ਦੇਰ ਦੀ ਇਹਨਾਂ ਦੀ ਕੈਲਕੂਲੇਸ਼ਨ ਹੈਗੀ ਆ ਬੀਜੇਪੀ ਦੀ ਕਿ ਕਾਂਗਰਸ ਮੁਕਤ ਦਾ ਮਤਲਬ ਉਹ ਹੀ ਕਹਿੰਦੇ ਆ ਵੀ ਇਹ ਨਹਿਰੂ ਤੇ ਗਾਂਧੀ ਪਰਿਵਾਰ ਤੋਂ ਮੁਕਤ ਹੋ ਜਾਵੇ, ਆਪੋਜੀਸ਼ਨ ਦੇ ਤੌਰ ਤੇ ਰਵੇ। ਜਿਵੇਂ ਅਸੀਂ ਚਲਾਉਣੇ ਆ ਵੀ ਫਿਰ ਉਵੇਂ ਅਸੀਂ ਇਹ ਚਲਾ ਲਈਏ। ਇਹ ਤਾਂ ਉਹਨਾਂ ਦੀ ਪਾਲਿਸੀ ਰਹੀ ਹੈਗੀ ਆ, ਕਿਉਂਕਿ ਇਹ ਗੱਲ ਉਹਨਾਂ ਨੂੰ ਚੁਭੀ ਵੀ ਬਹੁਤ ਹੈ। ਚੁਭਦੀ ਹਾਂ ਰਾਜਨੀਤਿਕ ਨਾ ਹੀ ਚੁਭਦਾ ਵਾ ਨਹਿਰੂ। ਰਾਜਨੀਤਿਕ ਤੌਰ ਦੇ ਉੱਪਰ ਤੁਸੀਂ ਦੇਖੋ ਨਾ ਜਿੰਨੇ ਇੰਸਟੀਟਿਊਸ਼ਨ 'ਚ ਨਹਿਰੂ ਸਾਹਿਬ ਕਿਹੜੇ ਵੇਲੇ ਦੇ ਕਿ 64 'ਚ ਸ਼ਾਇਦ ਉਹਨਾਂ ਦੀ ਡੈਥ ਹੋਈ ਹੈ, ਤੇ ਅੱਜ ਅਸੀਂ ਫਿਰ ਇਹ ਕਹੀ ਜਾਂਦੇ ਵੀ ਨਹਿਰੂ ਸਾਹਿਬ ਨੇ ਆਹ ਗਲਤ ਕਰਤਾ, ਨਹਿਰੂ ਸਾਹਿਬ ਨੇ ਆਹ ਗਲਤ ਕਰ ਦਿੱਤਾ। ਤਾਂ ਇਹ ਇੱਕ ਤਰ੍ਹਾਂ ਦਾ ਨਾ ਜਿਹਨੂੰ ਕਹਿੰਦੇ ਨੇ ਫੋਬੀਆ, ਰਾਜਨੀਤਿਕ ਫੋਬੀਆ ਜਿਹੜਾ ਹੈਗਾ ਉਹਨਾਂ ਦੇ ਮਨਾਂ ਵਿੱਚ ਹੈਗਾ ਵੀ ਇਹਨਾਂ ਦਾ ਨਾਂ ਹੀ ਐਲੀਮੀਨੇਟ ਕਰ ਦਿਓ। ਮਹਾਤਮਾ ਗਾਂਧੀ ਦਾ ਨਾਂ ਵੀ ਇਸੇ ਤਰ੍ਹਾਂ ਹੀ ਵਿੱਚੋਂ ਵੀ ਨੈਸ਼ਨਲ, ਜਦੋਂ ਨੈਸ਼ਨਲ ਹਿਸਟਰੀ ਹੋਵੇ ਇਹ ਨਾਂ ਐਲੀਮੀਨੇਟ ਹੋ। ਬਿਲਕੁਲ ਇਸ ਕਿਸਮ ਦੀ ਜਾਣੀ ਇਹ ਸੋਚ ਆ ਉਹਨਾਂ ਦੀ। ਪੰਜਾਬ ਕਾਂਗਰਸ ਦੇ ਵਿੱਚ ਵੀ ਇੱਦਾਂ ਦਾ ਘਮਸਾਨ ਜਿਹੜਾ ਮਚਿਆ ਹੀ ਰਹਿੰਦਾ ਜੀ। ਹਾਂਜੀ, ਇੱਕ ਤਾਂ ਅੰਦਰੂਨੀ ਲੜਾਈ ਨਹੀਂ ਉਹਨਾਂ ਦੀ ਮੁੱਕਦੀ,
ਤੇ ਦੂਜੀ ਜਿਹੜੀ ਹੈਗੀ ਆ ਉਹਨਾਂ ਦੇ ਲੀਡਰਾਂ ਦੀਆਂ ਫਾਈਲਾਂ ਜਿਹੜੀਆਂ ਉਹ ਮੌਕੇ ਦੀ ਹਕੂਮਤ ਜਿਹੜੀ ਆ ਉਹ ਖੋਲ੍ਹੀ ਰੱਖਦੀ ਹੈ। ਇਸੇ ਡਰ ਦੇ ਮਾਰੇ ਹੀ ਉਹ ਸਾਰੇ ਜਿਹੜੇ ਸੀ ਬੀਜੇਪੀ ਦੀ ਸ਼ੈਲਟਰ ਵਿੱਚ ਗਏ, ਬਹੁਤ ਸਾਰੇ ਗਏ, ਵੱਡੇ ਜਿੰਨੇ ਸੀ ਸਾਰੇ ਚਲੇ ਗਏ। ਜਿਹੜੇ ਰਹਿ ਗਏ ਉਹਨਾਂ ਦੀਆਂ ਫਾਈਲਾਂ ਖੁੱਲ੍ਹਦੀਆਂ ਪਈਆਂ। ਉਹ ਜੋਗਿੰਦਰਪਾਲ MLA ਇੱਕ ਪੁਰਾਣੇ ਹੈਗੇ ਜੀ, ਉਹਨਾਂ ਨੂੰ ਉਹ ਮਾਈਨਿੰਗ ਦੇ ਮਾਮਲੇ ਦੇ ਵਿੱਚ ਅਰੈਸਟ ਕਰ ਲਿਆ। ਇਹ ਕੀ ਆ? ਇਹ ਵੀ ਪੋਲੀਟੀਕਲ ਵੈਂਡੇਟਾ ਦੀ ਗੱਲ ਹੈ ਕਿ ਸਰਕਾਰ ਦਾ ਜਿਹੜਾ ਰਾਈਟ ਮੂਵ ਹੈਗਾ? ਨਹੀਂ, ਇਹ ਕੋਈ ਪੋਲੀਟੀਕਲ ਵੈਂਡੇਟਾ ਨਹੀਂ ਹੈਗਾ। ਬੇਸਿਕਲੀ ਕੀ ਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਹੀ ਸੀ ਗੱਲ ਇਹ ਕਿ ਮੇਰੇ ਕੋਲ ਲਿਸਟਾਂ ਹੈਗੀਆਂ ਨੇ, ਹਾਂਜੀ ਹਾਂਜੀ, ਤੇ ਮੇਰੇ ਮਿਨਿਸਟਰ ਕਰਪਟ ਨੇ, ਮੇਰੇ MLA ਕਰਪਟ ਨੇ, ਮੈਂ ਇਹਨਾਂ ਨੂੰ ਇੰਨੇ ਪੈਸੇ ਦਿੱਤੇ ਸੀਗੇ, ਇਹਨਾਂ ਨੇ ਪਿੰਡਾਂ ਦੀ ਡਿਵੈਲਪਮੈਂਟ ਤੇ ਨਹੀਂ ਲਾਏ ਹੈਗੇ, ਇਸ ਕਰਕੇ ਕਾਂਗਰਸ ਨੂੰ ਨੁਕਸਾਨ ਹੋਇਆ ਹੈਗਾ। ਭਗਵੰਤ ਮਾਨ ਜੀ ਦੀ ਜਿਹੜੀ ਸਰਕਾਰ ਹੈਗੀ ਆ ਇਹ ਇਸ ਗੱਲ ਦੇ ਉੱਪਰ ਬੜੀ, ਜਿਹਨੂੰ ਕਹਿ ਸਕੇ, ਪਹਿਰਾ ਦੇ ਰਹੀ ਆ ਕਿ ਪਹਿਲਾਂ ਵੱਡਿਆਂ ਨੂੰ ਹੀ ਹੱਥ ਪਾਇਆ ਜਾਵੇ। ਹੁਣ ਉਹ ਜਿਹੀਆਂ ਰਿਪੋਰਟਾਂ ਨਹੀਂ ਆ ਰਹੀਆਂ ਵੀ ਕਿਤੋਂ ਪਟਵਾਰੀ ਫੜ ਲਿਆ ਜੀ ਜਾਂ ਕਲਰਕ ਫੜ ਲਿਆ ਜੀ। ਪਿਛਲੇ ਤੁਸੀਂ ਦੇਖੋ ਆਪਦੇ ਪਹਿਲਾਂ ਉਹਨਾਂ ਨੇ ਹੈਲਥ ਮਿਨਿਸਟਰ ਵਿਜੇ ਸਿੰਗਲਾ ਜਿਹੜੇ ਹੈਗੇ ਆ, ਅਤੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਜੋਗਿੰਦਰ ਪਾਲ ਭੋਆ ਤੋਂ ਜਿਹੜੇ ਨੇ ਜੋਗਿੰਦਰਪਾਲ ਸਿੰਘ ਜੀ ਦੇ। ਤਾਂ ਕੱਲ੍ਹ ਮੈਂ ਦੇਖ ਰਿਹਾ ਸੀਗਾ ਵੀਡੀਓ ਦੇ ਵਿੱਚ ਕਿ ਉਹ ਸਾਰੀ ਮਸ਼ੀਨਰੀ ਉਹਨਾਂ ਨੇ ਜਿਹੜੀ ਫੜੀ ਆ ਮੌਕੇ 'ਤੇ। ਹਾਂਜੀ, ਪਹਿਲਾਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਕਿ ਉਹ ਕ੍ਰਿਸ਼ਨਾ ਕ੍ਰਸ਼ਰਸ ਨੇ, ਫਿਰ ਉਹਨਾਂ ਨੇ ਦੇਖਿਆ ਕਿ ਕ੍ਰਿਸ਼ਨਾ ਕ੍ਰਸ਼ਰ ਜਿਹੜੇ ਹੈਗੇ ਆ ਉਹਦੇ ਵਿੱਚ ਕੌਣ ਕੌਣ ਮਾਲਕ ਨੇ ਤੇ ਕੌਣ ਕੌਣ ਪਾਰਟਨਰ ਨੇ, ਤੇ ਜੋਗਿੰਦਰਪਾਲ ਸਿੰਘ ਜੀ ਜਿਹੜੇ ਉਹਦੇ ਪਾਰਟਨਰ ਨੇ। ਮੇਰਾ ਖਿਆਲ ਮਾਲਕ ਹੀ ਹੋਣਗੇ, ਪਾਰਟਨਰ ਤਾਂ ਕੀ ਹੋਣਾ ਹੈਗਾ। ਤਾਂ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ, ਕਿਉਂਕਿ ਨਾ ਤੁਸੀਂ ਇਨਵੈਸਟੀਗੇਸ਼ਨ ਤੋਂ ਬਿਨਾਂ ਜੇ ਕਿਸੇ ਨੂੰ ਫੜੋਗੇ ਤਾਂ ਕੋਰਟ 5 ਮਿੰਟ 'ਚ ਰਿਲੀਜ਼ ਕਰ ਦਿੰਦੀ। ਬਿਲਕੁਲ। ਹੁਣ ਜਿੰਨੇ ਕੇਸ ਫੜੇ ਜਾ ਰਹੇ ਆ ਛੇਤੀ ਬੇਲ ਨਹੀਂ ਹੋ ਰਹੀ। ਤੁਹਾਨੂੰ ਯਾਦ ਹੋਣਾ ਕਿ ਜਦੋਂ ਮਜੀਠੀਆ ਸਾਹਿਬ ਦਾ ਕੇਸ ਹੋਇਆ ਸੀਗਾ, ਕਿੰਨੀ ਕੋਸ਼ਿਸ਼ ਕੀਤੀ ਆ ਬੇਲ ਦੀ, ਨਹੀਂ ਬੇਲ ਹੋਈ। ਇਹਦਾ ਮਤਲਬ ਕਿ ਤੁਹਾਡੇ ਇਨਵੈਸਟੀਗੇਸ਼ਨ ਫਾਈਲ ਦੇ ਵਿੱਚ ਕੋਈ ਐਸੇ ਅੰਕੜੇ ਡਾਟਾ ਕੁਛ ਹੈਗਾ ਜਿਹੜਾ ਕਿ ਕੋਰਟ ਜਿਹੜੀ ਕਿ ਓਵਰ ਰੂਲ ਨਹੀਂ ਕਰ ਰਹੀ। ਜਦੋਂ ਕੱਚੀ ਪੱਕੀ FIR ਹੁੰਦੀ ਆ ਉਹ ਝੱਟ ਉੱਡ ਜਾਂਦੀ ਹੈ। ਤਾਂ ਇਸ ਕਰਕੇ ਇਹ ਗਵਰਨਮੈਂਟ ਦਾ ਜਿਹੜਾ ਰਾਈਟ ਡਿਸੀਜਨ ਹੈਗਾ, ਕਿਉਂਕਿ ਨਾ ਕਰਪਸ਼ਨ ਜਿਹੜੀ ਹੈਗੀ ਆ ਇਹਨੂੰ ਕੋਈ ਐਕਸੈਪਟ ਨਹੀਂ ਕਰਦਾ ਗਾ, ਪਰ ਉਹ ਬੰਦਾ ਕੁਝ ਕਰ ਨਹੀਂ ਸਕਦਾ ਹੁੰਦਾ ਗਾ। ਕਰਪਸ਼ਨ ਨੇ ਸਾਰਾ ਸਾਡਾ ਸਿਸਟਮ ਖਾ ਲਿਆ, ਸਾਰਾ ਸਿਸਟਮ ਖਾ ਲਿਆ ਪਿਛਲੇ 40-50 ਸਾਲ ਤੋਂ। ਤੇ ਜੇ ਭਗਵੰਤ ਮਾਨ ਸਰਕਾਰ ਇਹ ਗੱਲ ਕਰ ਰਹੀ ਹੈ, ਵੀ ਸ਼ੁੱਡ ਬੀ ਸਪੋਰਟਿਵ ਆਫ ਇਟ, ਕਿ ਜੇ ਵੈਂਡੇਟਾ ਲੱਗਦਾ ਤਾਂ ਕੋਰਟ ਵਿੱਚੋਂ ਛੁੱਟ ਜਾਣਗੇ। ਹਾਂਜੀ ਬਿਲਕੁਲ। ਚਲੋ ਰਾਈਟ ਮੂਵ ਦੀ ਆਪਾਂ ਗੱਲ ਕਰਦੇ ਜੀ, ਇਸ ਮੂਵ ਨੂੰ ਕਿਵੇਂ ਲੈਂਦੇ ਹੋ? ਕੇਜਰੀਵਾਲ ਸਾਹਿਬ ਜਿਹੜੇ ਸੀ ਉਹ ਥੋੜ੍ਹੇ ਦਿਨ ਪਹਿਲਾਂ ਜਲੰਧਰ ਆਏ, ਉਹਨਾਂ ਨੇ ਪੰਜਾਬ ਤੋਂ ਤਕਰੀਬਨ ਸਾਰੇ ਡਿਸਟ੍ਰਿਕਟ ਹੈੱਡਕੁਆਟਰਸ ਤੋਂ ਬੱਸਾਂ ਜਿਹੜੀਆਂ ਚਲਾਉਣ ਲਈ ਝੰਡੀ ਦਿੱਤੀ। ਉਹ ਬੱਸਾਂ ਜਿਹੜੀਆਂ ਦਿੱਲੀ ਏਅਰਪੋਰਟ ਤੱਕ ਜਾਇਆ ਕਰਨਗੀਆਂ। ਲੋਕਾਂ ਦੀ ਬੜੀ ਚਿਰ ਤੋਂ ਮੰਗ ਸੀ। ਪ੍ਰਾਈਵੇਟ ਜਿਹੜੇ ਪਲੇਅਰ ਹੈਗੇ ਆ ਉਹ ਦੂਸਰੇ ਸਰਕਾਰੀ ਬੱਸਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ ਸੀ, ਕਿਉਂਕਿ ਸਰਕਾਰ ਵੀ ਆਪਦੀ ਆ, ਪ੍ਰਾਈਵੇਟ ਪਲੇਅਰ ਵੀ ਤੁਸੀਂ ਆਪ ਹੀ ਹੈਗੇ ਹੋ, ਇੱਦਾਂ ਪੋਸੀਬਿਲਿਟੀ ਹੁੰਦੀ ਨਹੀਂ ਸੀ ਲੱਗਦੀ। ਅਤੇ ਲੋਕ ਇਹ ਕਹਿੰਦੇ ਸੀਗੇ ਕਿ ਲੱਖਾਂ ਰੁਪਈਆ, ਕਰੋੜਾਂ ਰੁਪਈਆ ਰੋਜ਼ ਦਾ ਜਿਹੜਾ ਖਰਚ ਕੇ ਪੰਜਾਬੀ ਏਅਰਪੋਰਟ 'ਤੇ ਪਹੁੰਚਦੇ ਆ ਅਤੇ ਕੋਈ ਰਾਹਤ ਮਿਲਣੀ ਚਾਹੀਦੀ ਆ। ਰਾਹਤ ਉਹ ਸੋਚਦੇ ਸੀਗੇ ਵੀ ਚੰਡੀਗੜ੍ਹ ਏਅਰਪੋਰਟ ਚਾਲੂ ਹੋ ਜਾਵੇ, ਅੰਮ੍ਰਿਤਸਰ ਏਅਰਪੋਰਟ ਇੰਟਰਨੈਸ਼ਨਲ ਫਲਾਈਟ ਚੱਲਣ। ਫਿਰ ਕਹਿੰਦੇ ਸੀ ਘੱਟੋ ਘੱਟ ਬੱਸ ਤਾਂ ਸਸਤੀ ਹੋ ਜਾਏ ਜੇ ਦਿੱਲੀ ਜਾਣਾ ਪੈਣਾ। ਹੁਣ ਉਹ ਬੱਸ ਚਲਾਈ ਜੀ, ਇਹਨੂੰ ਮੂਵ ਨੂੰ ਕਿਵੇਂ ਲੈਂਦੇ ਹੋ? ਦੇਖੋ ਨਾ, ਕਾਫੀ ਦੇਰ ਤੋਂ ਇਹ ਇਸ਼ੂ ਜਿਹੜਾ ਹੈਗਾ ਪਬਲਿਕ ਦੇ ਵਿੱਚ ਹੈਗਾ ਕਿ ਜਦੋਂ ਇਹ ਪ੍ਰਾਈਵੇਟ ਬੱਸਾਂ ਲੱਗੀਆਂ ਸੀਗੀਆਂ, ਇਹਨਾਂ ਦਾ ਕਿਰਾਇਆ ਬਹੁਤ ਥੋੜ੍ਹਾ ਸੀਗਾ। ਫਿਰ ਹੌਲੀ ਹੌਲੀ ਇਹਨਾਂ ਨੇ ਆਪਦੀ ਮਰਜ਼ੀ ਨਾਲ ਇਹਦਾ ਵਧਾਉਣਾ, ਫਿਰ ਅਗਲੀਆਂ ਸੀਟਾਂ ਦਾ ਹੋਰ ਕਿਰਾਇਆ ਵਧਾ ਲਿਆ। ਤਾਂ ਲੋਕਾਂ ਦੇ ਵਿੱਚ ਇਸ ਗੱਲ ਦਾ, ਜਿੰਨੇ NRI ਸੀਗੇ ਉਹਨਾਂ ਨੂੰ ਲੱਗਦਾ ਸੀਗਾ ਵੀ ਇੱਕ ਤਰ੍ਹਾਂ ਦੀ ਚੀਟਿੰਗ ਹੋ ਰਹੀ ਹੈਗੀ ਆ। ਪਰ ਇਹਦੇ ਉੱਪਰ ਨਾ ਕੋਈ ਕੰਮ ਨਹੀਂ ਸੀ ਹੋ ਰਿਹਾ। ਪਿੱਛੇ ਜੇ ਮੈਨੂੰ ਯਾਦ ਆ ਕਿ ਇਹਨਾਂ ਨੇ ਜੀ ਪੰਜਾਬ ਗੌਰਮੈਂਟ ਜਿਹੜੀ ਸੀਗੀ, ਪੰਜਾਬ ਗੌਰਮੈਂਟ ਨੇ ਕਿਹਾ ਵੀ ਅਸੀਂ ਬੱਸਾਂ ਭੇਜ ਰਹੇ ਹੈਗੇ ਆ, ਅਤੇ ਹੁਣ ਇਹ ਚਾਰਜ ਲਾ ਰਹੇ ਹੈਗੇ ਆ ਕੇਜਰੀਵਾਲ ਸਾਹਿਬ ਦੇ, ਕਿ ਕਿਉਂਕਿ ਆਪ ਦੀ ਗੌਰਮੈਂਟ ਉੱਥੇ ਆ ਅਤੇ ਪੰਜਾਬ ਵਿੱਚ ਵੀ ਇਹਨਾਂ ਦੀ ਗੌਰਮੈਂਟ ਆ, ਇਸ ਕਰਕੇ ਇਹਨਾਂ ਨੂੰ ਅਲਾਓ ਕਰਿਆ। ਮੈਂ ਨਾ ਕੇਜਰੀਵਾਲ ਸਾਹਿਬ ਦੀ ਇੰਟਰਵਿਊ ਸੁਣ ਰਿਹਾ ਸੀ ਇਸ ਸੰਬੰਧ ਦੇ ਵਿੱਚ, ਕਿਉਂਕਿ ਨਾ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਲੋਕਾਂ ਮੂਹਰੇ। ਉਹਨਾਂ ਨੇ ਇੱਕ ਗੱਲ ਕਹੀ ਵੀ ਇੱਥੇ ਆ ਕੇ ਧਰਨਾ ਦੇਣ ਆ ਗਏ ਵੀ ਸਾਡੀਆਂ ਬੱਸਾਂ ਅਲਾਓ ਕਰੋ ਜੀ ਤੁਸੀਂ। ਕਹਿੰਦੇ ਮੈਂ ਕਿਹਾ ਵੀ ਤੁਸੀਂ ਕਾਗਜ਼ ਤਾਂ ਦਿਓ। ਕਹਿੰਦੇ ਪਿਛਲੇ ਟਾਈਮ ਇਹ ਕੀ ਕਰਦੇ ਸੀਗੇ ਕਿ ਸਾਡੇ ਇੱਥੇ ਕੋਈ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਨੇ, ਕੋਈ ਇਹਦੀਆਂ ਬੋਰਡਾਂ ਦੀਆਂ ਡਾਇਰੈਕਸ਼ਨ ਨੇ, ਗ੍ਰੀਨ ਟ੍ਰਿਬਿਊਨਲ ਦੀ ਡਾਇਰੈਕਸ਼ਨਸ ਨੇ, ਜਿਹਦੇ 'ਚ ਕਿ ਤੁਹਾਡੇ ਕਲੀਨ ਇਨਵਾਇਰਨਮੈਂਟ ਕਿਵੇਂ ਰੱਖਣਾ ਹੈਗਾ। ਇਹ ਕੀ ਕਰਦੇ ਸੀ ਪੰਜਾਬ ਗੌਰਮੈਂਟ ਵਾਲੇ, ਬੱਸਾਂ ਉਹ ਭੇਜਦੇ ਸੀ ਜਿਹੜੀਆਂ ਉਹ ਟੈਸਟ ਪਾਸ ਨਹੀਂ ਸੀ ਕਰਦੀਆਂ। ਪੋਲਿਊਸ਼ਨ ਜ਼ਿਆਦਾ ਹੁੰਦਾ ਸੀ। ਕਹਿੰਦੇ ਵੀ ਸਾਡੀ ਮਜਬੂਰੀ ਇਹ ਸੀਗੀ ਵੀ ਅਸੀਂ ਉਹਨਾਂ ਨੂੰ ਪਾਸ ਨਹੀਂ ਕਰਦੇ ਸੀ। ਇਹ ਪੋਲੀਟੀਕਲੀ ਉੱਥੇ ਜਾ ਕੇ ਕਹਿੰਦੇ ਸੀ ਵੀ ਕੇਜਰੀਵਾਲ ਬੱਸਾਂ ਅੰਦਰ ਨਹੀਂ ਬਣਨ ਦਿੰਦੇ ਹੈਗੇ, ਆਪ ਦੀ ਸਰਕਾਰ ਆ ਬਣਨ ਦਿੰਦੇ। ਕਹਿੰਦੇ ਵੀ ਜੇ ਇਹ ਉਸ ਟਾਈਮ ਉਹੀ ਵੋਲਵੋ ਬੱਸਾਂ
ਖਰੀਦ ਲੈਂਦੇ ਤੇ ਕਹਿੰਦੇ ਮੈਂ ਕਿਵੇਂ ਰੋਕ ਸਕਦਾ ਸੀਗਾ। ਹੂੰ ਕਹਿੰਦੇ ਕਿਉਂਕਿ ਇਹਨਾਂ ਦੀ ਨੀਅਤ ਪ੍ਰਾਈਵੇਟ ਪਲੇਅਰਸ ਨੂੰ ਫਾਇਦਾ ਦੇਣ ਦੀ ਸੀ। ਇਹ ਤਾਂ ਗੱਲ ਸਰ ਠੀਕ ਹੈ, ਇਹ ਬਿਲਕੁਲ ਦਰੁਸਤ ਗੱਲ ਹੈ। ਕਿਉਂਕਿ ਨਾ ਪੰਜਾਬ ਦੇ ਵੀ ਜਿਹੜੇ ਰੂਟ ਨੇ ਇਹਨਾਂ ਦੀਆਂ ਵੋਲਵੋ ਦੀਆਂ ਬੱਸਾਂ ਚੱਲਦੀਆਂ ਨੇ ਉੱਥੇ। ਪੀਆਰਟੀਸੀ ਦਾ ਤੁਸੀਂ ਦੇਖੋ ਇਹਨਾਂ ਨੇ ਦੁਆਲਾ ਕੱਢ ਦਿੱਤਾ ਸੀਗਾ, ਪੰਜਾਬ ਰੋਡਵੇਜ਼ ਦਾ ਦੁਆਲਾ ਕੱਢ ਦਿੱਤਾ। ਕਿਉਂਕਿ ਜਦੋਂ ਤੁਸੀਂ ਚੰਗਾ ਦੇ ਦਿਓਗੇ ਇੱਕ ਪ੍ਰਬੰਧ ਤੇ ਦੂਸਰੇ ਪ੍ਰਬੰਧ ਨੇ ਪਿਛਲੇ ਪਾਸੇ ਪਿੱਛੇ ਹੋ ਜਾਣਾ ਹੁੰਦਾ। ਤਾਂ ਹੁਣ ਕੀ ਕੀਤਾ ਪੰਜਾਬ ਗਵਰਨਮੈਂਟ ਨੇ ਨਵੀਆਂ ਬੱਸਾਂ ਖਰੀਦੀਆਂ ਨੇ, ਵੋਲਵੋ ਬੱਸਾਂ ਖਰੀਦੀਆਂ ਨੇ ਜਿਹੜੀਆਂ ਕਿ ਸਾਰੇ ਪੈਰਾਮੀਟਰ ਦੇ ਵਿੱਚ ਪਾਸ ਹੁੰਦੀਆਂ ਨੇ। ਤਾਂ ਆਪ ਦੀ ਗਵਰਨਮੈਂਟ ਨੇ ਉੱਤੇ ਯੈਸ ਕਰ ਦਿੱਤਾ ਹੈਗਾ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ। ਔਰ ਇਹ ਇੱਕ ਨਾ ਵੈਲਫੇਅਰ ਦਾ ਕੰਮ ਹੈ। ਇਹਦੇ 'ਚ ਇੱਕ ਤਾਂ NRIs ਵਿਲ ਵੀ ਹੈਪੀ ਕਿ ਸਾਰਾ ਮੇਰਾ 1300-1400 ਕਰਾਇਆ, ਉਧਰ 2500-2600 ਕਰਾਇਆ ਸੀ। ਸੈਕੰਡਲੀ ਕੀ ਸੀਗਾ, ਉਹ ਥੋੜੀ ਬਹੁਤੀ ਮਰਜ਼ੀ ਕਰਦੇ, ਮਰਜ਼ੀ ਨਾਲ ਚੱਲਦੀਆਂ ਸੀਗੀਆਂ। ਜਿਵੇਂ ਉਹਨਾਂ ਨੇ ਕਹਿ ਦੇਣਾ ਜੀ ਸਵਾਰੀਆਂ ਪੂਰੀਆਂ ਨਹੀਂ ਹੋਈਆਂ, ਇੱਥੋਂ ਤੁਹਾਨੂੰ ਛੋਟੀ ਬੱਸ ਹੈ ਉਹ ਛੱਡ ਕੇ ਆਊਗੀ ਜੀ, ਰਾਤ ਨੂੰ ਅਸੀਂ ਤੁਹਾਨੂੰ 2 ਵਜੇ। ਉਹਨਾਂ ਦੀ ਕੀ ਸੀ ਵੱਡੀ ਪ੍ਰੋਬਲਮ ਇਹ ਸੀਗੀ ਕਿ ਉਹ ਪੈਟਰੋਲ ਪੰਪਾਂ 'ਤੇ ਰੁਕਦੀਆਂ ਸੀ। ਜਿਵੇਂ ਲੁਧਿਆਣੇ ਇੱਕ ਪੈਟਰੋਲ ਪੰਪ 'ਤੇ ਰਾਤ ਨੂੰ ਤੁਸੀਂ 2 ਵਜੇ ਲੇਡੀਜ਼ ਨੂੰ ਛੱਡ ਕੇ ਆਉਣਾ ਹੈਗਾ, ਰਿਸਕੀ ਸੀਗਾ। ਰਾਤ ਨੂੰ 2-2:30 ਵਜੇ ਉੱਤੇ ਬੱਸ ਆ ਜਾਂਦੀ ਆ, ਤੁਸੀਂ ਆਪਦੇ ਗੈਸਟ ਨੂੰ ਲੈ ਕੇ ਆਉਣਾ ਹੈਗਾ। ਤਾਂ ਜਿਹੜਾ ਇੱਥੋਂ NRIs ਜਾਂਦਾ ਸੀਗਾ ਉਹਨੂੰ ਲੱਗਦਾ ਸੀ ਮੈਂ ਪੈਟਰੋਲ ਪੰਪ 'ਤੇ ਉਤਰੂੰਗਾ, ਕਿਉਂਕਿ ਉਹ ਕੋਈ ਅੱਡਾ ਥੋੜ੍ਹਾ ਪ੍ਰੋਪਰ, ਔਰ ਉੱਥੇ ਕੁਛ ਵੀ ਉਹਦੀ ਸੇਫਟੀ ਜਿਹੜੀ ਹੈਗੀ। ਤੇ ਹੁਣ ਇਹ ਬੱਸਾਂ ਕੋਲੇ ਲਾਇਸੈਂਸ ਨੇ, ਇਹ ਪ੍ਰੋਪਰ ਥਾਂ 'ਤੇ ਜਾਣਗੀਆਂ। ਉਹਨਾਂ ਕੋਲੇ ਲਾਇਸੈਂਸ ਨਹੀਂ ਸੀ, ਉਹ ਰਾਹ 'ਚ ਸਵਾਰੀ ਨਹੀਂ ਸੀ ਚੱਕ ਸਕਦੇ। ਆਪਾਂ ਇਹਨਾਂ ਨੇ ਕੀ ਕੀਤਾ ਹੋਇਆ ਸੀਗਾ ਵੀ ਬਾਹਰੋਂ ਸਵਾਰੀ ਚੱਕ ਲਓ। ਲੋਕਾਂ ਦੀ ਮਜਬੂਰੀ ਸੀ ਤੇ ਲੋਕਾਂ ਦੀ ਮਜਬੂਰੀ ਤੋਂ ਉਹਨਾਂ ਨੇ ਪੂਰਾ ਫਾਇਦਾ ਉਠਾਇਆ। ਔਰ ਦਿਸ ਇਜ਼ ਅ ਵੈਰੀ ਗੁੱਡ ਸਟੈਪ ਔਰ ਵੈਲਫੇਅਰ ਦਾ ਹੈਗਾ। ਮੇਰਾ ਖਿਆਲ ਸਾਰੇ NRIs ਵੀ ਇਸ ਨੂੰ ਔਰ ਪੰਜਾਬ ਦੇ ਉਹ ਲੋਕ ਜਿਹੜੇ ਰਾਤ ਨੂੰ ਟੈਕਸੀਆਂ ਵਿੱਚ ਆਉਂਦੇ ਸੀ, ਖੱਜਲ ਹੁੰਦੇ ਸੀ, ਉਹਨੂੰ ਉਹ ਖੁਸ਼ ਹੋਣਗੇ, ਉਹਨਾਂ ਨੂੰ ਫਾਇਦਾ ਹੋਊ। ਉਂਝ ਤਾਂ ਦੇਖੋ ਜੀ ਜਦੋਂ ਪਿਛਲੀ ਸਰਕਾਰ ਸੀਗੀ ਚੰਨੀ ਸਾਹਿਬ ਵਾਲੀ, ਉਹਦੇ ਵਿੱਚ ਜਿਹੜੇ ਟਰਾਂਸਪੋਰਟ ਮਿਨਿਸਟਰ ਸੀਗੇ ਰਾਜਾ ਵੜਿੰਗ, ਉਹਨਾਂ ਨੇ ਵੀ ਮੂਵ ਅੱਛਾ ਚਲਾਇਆ ਸੀਗਾ। ਔਰ ਇਹ ਸਾਰੇ ਕੁਝ ਤੋਂ ਪਰਦਾ ਚੁੱਕਿਆ ਸੀਗਾ ਕਿ ਇਹ ਤਾਂ ਟਰਾਂਸਪੋਰਟਰ ਜਿਹੜੇ ਹੈਗੇ ਉਹ ਟੈਕਸ ਨਹੀਂ ਦੇ ਰਹੇ ਸਰਕਾਰ ਦੇ, ਔਰ ਉਹਨਾਂ ਦੇ ਆਪਦੇ ਖਜ਼ਾਨਾ ਮੰਤਰੀ ਜਿਹੜੇ ਸਾਹਿਬ ਸੀਗੇ ਉਹ ਟੈਕਸ ਨਹੀਂ ਉਹਨਾਂ ਨੇ ਪੇ ਕੀਤਾ। ਸੋ ਮਤਲਬ ਇਹ ਘਪਲੇ ਜਿਹੜੇ ਆ ਇਹ ਬੇਪਰਦ ਹੋਣੇ ਚਾਹੀਦੇ, ਲੋਕਾਂ ਦਾ ਸਿੱਧਾ ਫਾਇਦਾ ਤਾਂ ਹੀ ਪੋਸੀਬਲ ਹੈਗਾ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਬਹੁਤ ਮਿਹਰਬਾਨੀ ਬਰਾੜ ਸਾਹਿਬ, ਤੁਸੀਂ ਸਮਾਂ ਕੱਢਿਆ ਔਰ ਸਾਰੀਆਂ ਮਹੱਤਵਪੂਰਨ ਜਿਹੜੀਆਂ ਕੌਮੀ ਕਹਿ ਲਓ ਜਾਂ ਸਾਡੇ ਪੰਜਾਬ ਨਾਲ ਸੰਬੰਧਿਤ ਘਟਨਾਵਾਂ ਖਬਰਾਂ ਉਹਨਾਂ ਦੇ ਉੱਤੇ ਚਰਚਾ ਕੀਤੀ ਹੈਗੀ ਆ। ਉਂਝ ਹੋਰ ਵੀ ਖਬਰਾਂ ਜਿਹੜੀਆਂ ਸੀ ਮਹੱਤਵਪੂਰਨ ਜਿਹੜੀਆਂ ਉਹ ਸ੍ਰੀਲੰਕਾ ਨਾਲ ਜੁੜੀ ਹੋਈ ਗੱਲ ਹੈ। ਇੱਕ ਅਸਾਮ ਦੇ ਵਿੱਚ ਜਿਹੜਾ 75 ਸਾਲਾ ਆਜ਼ਾਦੀ ਦਿਵਸ ਮਨਾਉਣ ਦੀ ਗੱਲ ਹੈ, ਉਹਦੇ ਨਾਲ ਜੁੜੀ ਗੱਲਾਂ ਜਿਹੜੀਆਂ ਅਸੀਂ ਕਰਨ ਵਾਲੀਆਂ ਸੀਗੀਆਂ, ਪਰ ਨੈਕਸਟ ਟਾਈਮ 'ਤੇ ਅਸੀਂ ਉਹਨਾਂ 'ਤੇ ਚਰਚਾ ਜ਼ਰੂਰ ਕਰਾਂਗੇ। ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਸਾਰੇ ਵੀਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਜਿਹੜੇ ਵਿਚਾਰ ਨੇ ਸਿਰਫ ਪਰਸਨਲ ਹੁੰਦੇ ਆ ਔਰ ਵਾਇਸ ਆਫ ਇੰਡੀਆ ਦੇ ਥਰੂ ਅਸੀਂ ਤੁਹਾਨੂੰ ਜੋ ਸਾਨੂੰ ਠੀਕ ਲੱਗਦਾ ਹੈਗਾ। ਮੇਰੇ 3 ਪ੍ਰਿੰਸੀਪਲ ਜ਼ਰੂਰ ਹੁੰਦੇ ਹੈਗੇ, ਮੈਂ ਹਮੇਸ਼ਾ ਉਹਦੇ ਮਨ ਵਿੱਚ ਰੱਖਦਾ। ਉਹ ਹੁੰਦਾ ਕਿ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਸਾਡਾ ਸੁਪਰੀਮ ਹੈਗਾ, ਰੂਲ ਆਫ ਲਾ ਹੋਣਾ ਚਾਹੀਦਾ ਤੇ ਪ੍ਰੋਸਪੈਰਿਟੀ ਆਫ ਮਾਈ ਸਬਜੈਕਟਸ। ਜੋ ਇੰਡੀਅਨ ਸਬਜੈਕਟਸ ਨੇ ਉਹਨਾਂ ਜਿੱਥੇ ਵੀ ਵੈਲਫੇਅਰ ਹੁੰਦਾ ਹੈਗਾ, ਅਸੀਂ ਉਸ ਸਾਰੇ ਕੰਮ ਨੂੰ ਕੰਪਲੀਮੈਂਟ ਕਰਾਂਗੇ, ਸਰਕਾਰ ਕੋਈ ਵੀ ਹੋਵੇ। ਜਿਹੜੀਆਂ ਸਰਕਾਰਾਂ ਇਹ 3 ਪੈਰਾਮੀਟਰਸ ਤੋਂ ਪਰੇ ਹੋ ਕੇ ਕੋਈ ਫੈਸਲੇ ਕਰਨਗੀਆਂ, ਉਹਨਾਂ ਦਾ ਜਿਹੜਾ ਕ੍ਰਿਟਿਸਿਜ਼ਮ ਆ ਅਸੀਂ ਤੁਹਾਡੇ ਨਾਲ ਉਹ ਅਸੀਂ ਸਾਂਝਾ ਕਰਾਂਗੇ। ਥੈਂਕ ਯੂ ਵੈਰੀ ਮਚ।